ਨਸ਼ਾ ਵੇਖੋ, ਨਸ਼ੇ ਦਾ ਕੀ ਹਾਲ ਹੈ। ਸਰਪੰਚਾਂ ਨੂੰ ਪੁੱਛ ਕੇ ਵੇਖੋ, ਇਹਨਾਂ ਦੇ ਸਰਪੰਚਾਂ ਨੂੰ ਪੁੱਛ ਕੇ ਵੇਖੋ। ਨਰੇਗਾ ਦੇ ਕਾਰਡ ਉਹਨਾਂ ਦੇ ਬਣਾਏ ਗਏ ਨੇ ਜਿਨ੍ਹਾਂ ਨੇ ਕਦੇ ਵੀ ਆਪਦੇ ਚਿੱਟੇ ਪਜਾਮੇ ਦੇ ਛਿੱਟ ਨਹੀਂ ਨਾ ਪਹਿਨ ਦਿੱਤੀ। ਪਿੰਡਾਂ 'ਚ ਜਾ ਕੇ ਵੇਖੋ ਤੁਸੀਂ, ਨਰੇਗਾ ਦੇ ਕਾਰਡ ਉਹਨਾਂ ਦੇ ਨੇ। 5 ਕਰੋੜ ਰੁਪਏ ਇੱਕ ਐਮਪੀ ਨੂੰ ਮਿਲਦਾ। ਇਹ ਦੱਸਣ 5 ਕਰੋੜ ਰੁਪਏ ਚੋਂ ਇਹਨਾਂ ਨੇ 5000 ਵੀ ਫਿਰੋਜ਼ਪੁਰ ਤੇ ਲਾਇਆ ਹੋਇਆ। ਕੀ ਰੋਜ਼ਗਾਰ ਇਹਨਾਂ ਨੇ ਕ੍ਰੀਏਟ ਕਰਾਇਆ? ਕੀ ਇਹਨਾਂ ਨੇ ਫਿਰੋਜ਼ਪੁਰ ਦੇ ਵਿਕਾਸ ਦੀ ਆਵਾਜ਼ ਬੁਲੰਦ ਕਰਾਈ? ਐਜ਼ ਐਮਪੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਗਰ ਇੱਕ ਵੀ ਇੱਟ ਲਵਾਤੀ ਹੋਏ, ਅਸੀਂ ਰਾਜਨੀਤੀ ਤੋਂ ਸੰਨਿਆਸ ਲੈ ਲਾਂਗੇ। ਤੁਸੀਂ ਡਿਵੈਲਪਮੈਂਟ ਕਿਹਨੂੰ ਕਹਿੰਦੇ ਜੇ? ਗਲੀਆਂ ਨਾਲੀਆਂ ਨੂੰ। 70 ਸਾਲ ਹੋ ਗਏ ਸਾਨੂੰ ਗਲੀਆਂ ਨਾਲੀਆਂ ਦੇ ਵਿੱਚ ਵੜਿਆਂ ਨੂੰ। ਕਦੀ ਆਪਾਂ ਟੈਲਾਂ ਲਾ ਦਿੰਦੇ ਆ, ਕਦੀ ਪੱਟ ਦਿੰਦੇ ਆ। 4-5 ਕੰਮ ਹੀ ਗਿਣਾ ਦਿਓ, ਅਕਾਲੀ ਦਲ ਨੂੰ ਕੰਮ ਗਿਣਾ ਦਿਓ। 5 ਜਨਵਰੀ ਨੂੰ ਪੀਜੀਆਈ ਦੇ ਫਾਊਂਡੇਸ਼ਨ ਸਟੋਨ ਲਈ ਮੋਦੀ ਸਾਹਿਬ ਦੀ ਵਿਜ਼ਿਟ ਰਖਾਈ ਗਈ ਸੀ, ਜਦ ਕਿ ਅਸੀਂ ਕਾਂਗਰਸ ਨਹੀਂ ਆ। ਪਰ ਜੇ ਪੀਜੀਆਈ ਉੱਥੇ ਸੈਂਕਸ਼ਨ ਹੋਇਆ ਤਾਂ ਹੀ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਸੀ। 2019 ਚ ਇੱਥੇ ਐਮਪੀ ਦਾ ਇਲੈਕਸ਼ਨ ਲੜੇ ਔਰ ਫਿਰੋਜ਼ਪੁਰ ਦੇ ਲੋਕਾਂ ਨੇ ਇਸ ਸੋਚ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਵੀ ਇਹ ਡਿਪਟੀ ਸੀਐਮ ਰਹੇ ਆ, ਠੀਕ ਆ, ਸ਼ਾਇਦ ਇਹ ਫਿਰੋਜ਼ਪੁਰ ਦਾ ਵਿਕਾਸ ਕਰਾਉਣਗੇ। ਲੇਕਿਨ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬੀਜੇਪੀ ਨਾਲ ਸਾਂਝ ਵੀ ਸੀ, ਉਹਨਾਂ ਦੇ ਮਿਸਿਸ ਸੈਂਟਰ 'ਚ ਮਿਨਿਸਟਰ ਵੀ ਸੀ, ਤੇ ਉਦੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਤਾਂ ਪੀਜੀਆਈ ਬਾਰੇ ਕੁਝ ਨਹੀਂ ਕੀਤਾ। ਇਹਨਾਂ ਕਿੰਨਾ ਚਿਰ ਮੂਰਖ ਬਣਾਉਣਾ ਹੈ ਫਿਰੋਜ਼ਪੁਰ ਦੀ ਜਨਤਾ ਨੂੰ? 10 ਸਾਲ ਹੋ ਗਏ, ਰੋਕਿਆ ਕਿੰਨੇ ਪੀਜੀਆਈ ਬਣਾਉਣ? ਜੇ ਉਸ ਪਿਆਰਿਆਂ ਨੇ ਜੇ ਬੋਲਦੇ ਕਿਸਾਨ ਖੜੇ ਸੀ, ਕਿਸਾਨ ਸਾਡੇ ਭਰਾ ਨੇ, ਸਾਡੇ ਵੀਰ ਨੇ, ਉਹ ਕਿਸਾਨਾਂ ਨੇ ਕੋਈ ਫਿਟੇ ਮੈਨੂੰ ਨਹੀਂ ਕਿਹਾ, ਕੋਈ ਮੋਦੀ ਮੁਰਦਾਬਾਦ ਨਾਰਾ ਨਹੀਂ ਮਾਰਿਆ, ਕੋਈ ਮੋਦੀ ਸਾਹਿਬ ਨੂੰ ਮਾੜੀ ਗੱਲ ਨਹੀਂ ਕਹੀ। ਤੇ ਮੋਦੀ ਸਾਹਿਬ ਤਾਂ ਆਪ ਹੀ ਸਾਇਲੈਂਟ ਸਪੈਕਟੇਟਰ ਬਣ ਕੇ ਉੱਥੇ ਖੜੇ ਨੇ। ਉਹਨਾਂ ਦੇ ਬੀਜੇਪੀ ਦੇ ਬੰਦੇ ਆਏ ਜਿਹੜੇ ਕਿ ਵੀਡੀਓ ਵਾਇਰਲ ਹੋਈਆਂ ਇਹ ਗੱਲ ਦੀਆਂ, ਪਰ ਬੀਜੇਪੀ ਦੇ ਬੰਦਿਆਂ ਕਰਕੇ ਹੀ ਹੋ ਕੇ ਨਹੀਂ ਗਏ। ਪ੍ਰਾਈਮ ਮਿਨਿਸਟਰ ਕੋਈ ਛੋਟੀ ਜਿਹੀ ਚੀਜ਼ ਆ, ਪ੍ਰਾਈਮ ਮਿਨਿਸਟਰ ਭਜਾਤਾ ਜੀ। ਵਾਟ ਇਜ਼ ਦਿਸ? ਉਹਨਾਂ ਨੇ ਕੰਮ ਗਿਣਾਏ ਨੇ, ਪਰਮਿੰਦਰ ਪਿੰਕੀ ਉਹਨਾਂ ਦੇ ਕੰਮ ਕੀਤੇ ਨੇ। ਕੀ ਤੁਸੀਂ ਡਿਨਾਈ ਕਰਦਾ, ਕੱਲ ਡਿਨਾਈ ਕਰਦਾ ਕੰਮ ਨਹੀਂ ਹੋਏ? ਕਿਹੜੀ ਨਵੀਂ ਸੜਕ ਬਣਾਈ ਹੈ? ਕਿੱਥੇ ਉੱਥੇ ਸੜਕਾਂ, ਕਿਹੜੀ ਸੜਕ ਫਸਲ ਆਈ ਸੀ ਕਿ ਕਿਸਾਨਾਂ ਨੂੰ ਡੀਏਪੀ ਮਿਲ ਗਈ, ਕਿਸਾਨਾਂ ਨੂੰ ਯੂਰੀਆ ਮਿਲ ਗਈ ਹੈ। ਫਿਰ ਇਹ ਵੇਖੋ ਤੁਸੀਂ, ਹਰ ਕਿਸਾਨ ਨੂੰ ਡੀਏਪੀ, ਹਰ ਕਿਸਾਨ ਨੂੰ। ਕੋਈ ਕਿਸਾਨ ਇਹ ਨਹੀਂ, ਫਸਟ ਟਾਈਮ ਇਹ ਨਹੀਂ ਕਹਿ ਸਕਦਾ ਵੀ ਸਾਨੂੰ ਡੀਏਪੀ ਲਈ ਧੱਕੇ ਖਾਣੇ ਪਏ। ਪਬਲਿਕਲੀ ਸ਼ੈਲਰ ਚ ਨਹੀਂ, ਪਬਲਿਕਲੀ। ਗੱਲ ਦੇ ਸ਼ਹਿਰੀ ਪ੍ਰਧਾਨ ਦੇ ਜਿੱਥੇ ਇਲੈਕਸ਼ਨ ਸੀ 250 ਵੋਟ ਪਈ ਸੀ ਉਹਨੂੰ ਸਾਰੀ। ਐਮਸੀ ਇਲੈਕਸ਼ਨ ਦੇ ਵਿੱਚ 250 ਵੋਟ ਸ਼ਹਿਰੀ ਪ੍ਰਧਾਨ ਸੀ ਉਹ। 133 ਜਿਹੜੇ ਸਰਬਸੰਮਤੀ ਸਰਪੰਚ ਨੇ ਬਣਾਏ ਆ, ਉਹ ਜ਼ਬਰਸੰਮਤੀ ਨਾਲ ਸਰਪੰਚ ਬਣੇ ਆ। ਉਹਨਾਂ ਦਾ ਰਿਜ਼ਲਟ 20 ਤਰੀਕ ਨੂੰ ਪਤਾ ਲੱਗ ਜਾਏਗਾ। ਚੋਣ ਅਖਾੜਾ 2022 ਦੇ ਖਾਸ ਪ੍ਰੋਗਰਾਮ ਦੇ ਤਹਿਤ ਦਾ ਸਮਰ ਨਿਊਜ਼ ਦੀ ਟੀਮ ਪਹੁੰਚੀ ਹੈ ਫਿਰੋਜ਼ਪੁਰ ਦੀ ਸ਼ਹਿਰੀ ਸੀਟ ਤੇ। तमाम ਮੁੱਦਿਆਂ ਤੇ ਗੱਲਬਾਤ ਹੋਵੇਗੀ। ਸੱਤਾਧਾਰੀ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਕੀ ਕੀਤੇ ਕੰਮ ਪੂਰੇ ਹੋਏ ਨੇ, ਸਾਡੇ ਨਾਲ ਸਮਰਥਕ ਜੁੜੇ ਹੋਏ ਨੇ। ਇੱਕ ਪਾਸੇ ਕਾਂਗਰਸ ਦੇ ਸਮਰਥਕ ਨੇ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ। ਸਭ ਤੋਂ ਪਹਿਲਾ ਸਵਾਲ ਕਾਂਗਰਸ ਕੋ, ਕੀ ਕੀਤੇ ਵਾਅਦੇ ਪੂਰੇ ਹੋਏ ਨੇ? ਦਾਵਾ ਕਰਦੇ ਹੋ ਜੋ ਵਿਧਾਇਕ ਸਾਹਿਬ ਨੇ ਕੰਮ ਕੀਤੇ ਨੇ ਫਿਰੋਜ਼ਪੁਰ ਦੇ ਲਈ? ਐਗਜ਼ੈਕਟਲੀ ਜਿੰਨੇ ਵਾਅਦੇ ਕੀਤੇ ਸੀ, ਜੋ ਕਿਹਾ ਸੀ ਉਹ ਕੀਤਾ, ਜੋ ਕਹਾਂਗੇ ਉਹ ਵੀ ਕਰਕੇ ਦਿਖਾਵਾਂਗੇ। ਔਰ ਫਿਰੋਜ਼ਪੁਰ ਦੀ ਜਨਤਾ ਇਸ ਗੱਲ ਨੂੰ ਭਲੀ ਭਾਂਤੀ ਪਰਿਚਿਤ ਹੈ ਕਿ ਜਿੰਨੇ ਵਾਅਦੇ ਐਮਐਲਏ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਕੀਤੇ ਸੀ, ਉਦੋਂ ਵੱਧ ਵਾਅਦੇ ਹੀ ਪੂਰੇ ਕੀਤੇ ਆ। ਕੋਈ ਕਿਸੇ ਤਰ੍ਹਾਂ ਦੀ, ਔਰ ਜਿਹੜਾ ਵਿਕਾਸ ਵੀ ਕਰਾਇਆ ਫਿਰੋਜ਼ਪੁਰ ਦਾ ਬਿਨਾਂ ਕਿਸੇ ਭੇਦਭਾਵ ਤੋਂ। ਇਹ ਨਹੀਂ ਦਿਮਾਗ 'ਚ ਰੱਖਿਆ ਵੀ ਇਹ ਅਕਾਲੀ ਦਲ ਹੈ, ਇਹ ਬੀਜੇਪੀ ਹੈ, ਆਮ ਆਦਮੀ ਪਾਰਟੀ ਆ। ਅਸੀਂ ਇੱਕੋ ਹੀ ਮੁੱਦਾ ਰੱਖਿਆ ਸੀ, ਇਹ ਸਾਰੇ ਸਾਡੇ ਫਿਰੋਜ਼ਪੁਰ ਦੇ ਵਸਨੀਕ ਆ ਔਰ ਸਾਰਿਆਂ ਦੇ ਨਾਲ ਬਿਨਾਂ ਕਿਸੇ ਭੇਦਭਾਵ ਤੋਂ ਅਸੀਂ ਵਿਕਾਸ ਕਰਾਇਆ ਹਰ ਏਰੀਏ। ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਕੋ ਇਸ ਦਾ ਜਵਾਬ ਲੈ ਲਈਏ। ਸਿੱਧੇ ਤੌਰ ਤੇ ਕਹਿ ਰਹੇ ਜੀ ਕਾਂਗਰਸੀ, ਕਹਿੰਦੇ ਕੀ ਕੰਮ ਕੀਤੇ ਵਿਧਾਇਕ ਸਾਹਿਬ ਨੇ, ਕੋਈ ਮਤਭੇਦ ਨਹੀਂ ਰੱਖਿਆ। ਤੁਸੀਂ ਜੀ ਦੇਖ ਲਓ 2017 ਦੇ ਵਿੱਚ ਇਹਨਾਂ ਦੇ ਮੁੱਖ ਮੰਤਰੀ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਖਾਧੀ ਸੀ ਘਰ ਘਰ ਨੌਕਰੀ ਦੇਣ ਦੀ। ਆ ਮੇਰੇ ਇਹ ਕਾਂਗਰਸੀ ਵੀਰ ਬੈਠੇ, ਇਹਨਾਂ ਚੋਂ ਕਿਸੇ ਨੂੰ ਦੱਸੋ ਵੀ ਨੌਕਰੀ ਮਿਲ ਗਈ ਇਹਨਾਂ ਨੂੰ? ਰੋਜ਼ਗਾਰ ਭੱਤਾ ਦੇਣ ਵਾਸਤੇ ਕਿਹਾ ਸੀਗਾ, 2500 ਰੁਪਈਆ ਭੱਤਾ ਇਹਨਾਂ ਨੂੰ ਮਿਲਦਾ ਕਿਸੇ ਨੂੰ? ਮੋਬਾਈਲ ਫੋਨ
ਨੌਜਵਾਨਾਂ ਨੂੰ ਦੇਣ ਦੀ ਗੱਲ ਕੀਤੀ ਸੀ, ਉਹ ਮਿਲਦੇ ਆ? 51000 ਸਗਨ ਸਕੀਮ ਦੇਣ ਦੀ ਗੱਲ ਕੀਤੀ ਸੀ, ਉਹ ਵਾਅਦਾ ਪੂਰਾ ਹੋ ਗਿਆ? ਸਿਰਫ ਝੂਠਾਂ ਤੋਂ ਬਜਾਏ ਇਹਨਾਂ ਨੇ ਕੁਝ ਨਹੀਂ ਕੀਤਾ 5 ਸਾਲ ਦੇ ਵਿੱਚ। ਹੁਣ ਇਹ ਜਿਹੜੇ 100 ਦਿਨ ਜਿਹੜਾ ਚੰਨੀ ਸਾਹਿਬ ਨੇ ਲਾਰੇ ਲਾ ਕੇ ਨਿਗਾਹਤੇ ਆ, ਇਹਨਾਂ ਨੇ 5 ਸਾਲਾਂ ਵਿੱਚ ਕੁਝ ਨਹੀਂ, ਇੱਕ ਟੱਕਾ ਨਹੀਂ। ਗੱਲ ਕਰਦੇ ਆ ਫਿਰੋਜ਼ਪੁਰ ਸ਼ਹਿਰੀ ਦੀ, ਕੀ ਇੱਥੋਂ ਦੀ ਵਿਧਾਇਕ ਨੇ ਜੋ ਡਿਵੈਲਪਮੈਂਟ ਦੇ ਕੰਮ ਹੋਏ ਨੇ ਉਹ ਤਾਂ ਸਿੱਧੇ ਤੌਰ ਤੇ ਕਹਿ ਰਹੇ ਕਿ ਡਿਵੈਲਪਮੈਂਟ ਦੇ ਕੰਮ ਵੀ ਹੋਏ ਨੇ। ਸਰ ਤੁਸੀਂ ਡਿਵੈਲਪਮੈਂਟ ਕਿਹਨੂੰ ਕਹਿੰਦੇ ਜੇ? ਗਲੀਆਂ ਨਾਲੀਆਂ ਨੂੰ? 70 ਸਾਲ ਹੋ ਗਏ ਸਾਨੂੰ ਗਲੀਆਂ ਨਾਲੀਆਂ ਦੇ ਵਿੱਚ ਵੜਿਆਂ ਨੂੰ। ਕਦੀ ਆਪਾਂ ਟਾਈਲਾਂ ਲਾ ਦਿੰਦੇ ਆ, ਕਦੀ ਪੱਟ ਦਿੰਦੇ ਆ। ਇਹ ਵਿਕਾਸ ਆ? ਆਪਣੀਆਂ ਮੁੱਢਲੀਆਂ ਸਹੂਲਤਾਂ ਜਿਹੜੀਆਂ ਉਹ ਦੱਸੋ। ਸਿਹਤ ਸਹੂਲਤਾਂ 10 ਸਾਲ ਹੋ ਗਏ ਸਾਨੂੰ PGI ਦੇ ਨਾਂ ਤੇ ਵੋਟਾਂ ਲੈਂਦਿਆਂ ਨੂੰ, ਉਹ ਬਣ ਗਿਆ ਜੀ ਹੈ। ਹੋਰ ਸਿੱਖਿਆ ਦਾ ਖੇਤਰ ਲਗਾ ਲਓ, ਕੋਈ ਇੱਕ ਵੀ ਸਕੂਲ ਇਹਨਾਂ ਨੇ ਅਪਗ੍ਰੇਡ ਕੀਤਾ ਹੋਵੇ 5 ਸਾਲਾਂ ਦੇ ਵਿੱਚ? ਦੱਸੋ ਇੱਕ ਵੀ ਸਕੂਲ ਇਹਨਾਂ ਨੇ ਅਪਗ੍ਰੇਡ ਕੀਤਾ? ਭਾਜੀ ਇਹ ਸੜਕਾਂ ਦੀ ਗੱਲ ਕਰਦੇ ਕਿ ਕੱਚਾ ਜੀਰਾ ਰੋਡ ਹੈਗਾ ਜੀ, ਉੱਥੇ ਜਾ ਕੇ ਵੇਖ ਲਓ ਕੀ ਹਾਲ ਹੈ। ਤੁਸੀਂ ਵੇਖ ਲਓ ਇੱਕ ਰਖੜੀ ਰੋਡ ਜਾਂਦਾ, ਤੁਸੀਂ ਰੋਡ ਜਾ ਕੇ ਉੱਥੇ ਵੇਖ ਲਓ, ਤੁਹਾਨੂੰ ਆਪ ਹੀ ਪਤਾ ਲੱਗ ਜਾਏ ਕਿੰਨਾ ਕੁ ਵਿਕਾਸ ਹੋਇਆ ਫਿਰੋਜ਼ਪੁਰ ਵਿੱਚ। ਚਲੋ ਇੱਕ ਵਾਰੀ ਆਪਾਂ ਕੋਈ ਸਵਾਲ ਜਵਾਬ ਲੈ ਲਈਏ। ਉਹ ਸਿੱਧੇ ਤੌਰ ਤੇ ਉਹ ਵੀ ਇਲਜ਼ਾਮ ਲਾ ਰਹੇ ਜੀ ਡਿਵੈਲਪਮੈਂਟ ਕਿਹੜੀ ਹੋਈ ਹੈ? ਤੁਸੀਂ 4-5 ਕੰਮ ਹੀ ਗਿਣਾ ਦਿਓ, ਅਕਾਲੀ ਦਲ ਨੂੰ ਕੰਮ ਗਿਣਾ ਦਿਓ। ਜਿਹੜੇ ਇਹਨਾਂ 2 ਰੋਡਾਂ ਦੀ ਗੱਲ ਕੀਤੀ ਏ, ਉਹਨਾਂ 2 ਰੋਡਾਂ ਤੇ ਕੰਮ ਚੱਲ ਰਿਹਾ ਹੈ। ਜਿਹੜਾ ਕਿ ਰਖੜੀ ਰੋਡ ਹੈ ਉਹਦੇ ਤੇ ਕੰਮ ਚੱਲ ਰਿਹਾ ਹੈ, ਉਹਦੀ ਪਟਾਈ ਸ਼ੁਰੂ ਹੋਈ ਏ, ਉਹਦਾ ਟੈਂਡਰ ਵੀ ਹੋਇਆ ਹੈ। ਜਿਹੜਾ ਦੂਸਰਾ ਰੋਡ ਹੈ ਸ਼ਦੀਨ ਵਾਲਾ, ਉਹਦੇ ਤੇ ਜਿਹੜਾ ਸੀਵਰੇਜ ਪੈ ਚੁੱਕਾ ਹੈ, ਔਰ ਹੁਣ ਉਹਦਾ ਜਿਹੜਾ B&R ਨੂੰ ਪੈਸੇ ਜਮ੍ਹਾਂ ਹੋਏ ਨੇ, ਉਹ ਰੋਡ ਬਣ ਜਾ ਰਿਹਾ। ਘਰ ਘਰ ਨੌਕਰੀ ਦੀ ਗੱਲ ਕਰ ਰਹੇ ਨੇ, ਕਹਿੰਦੇ ਕੈਪਟਨ ਸਾਹਿਬ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਸਹੁੰ ਖਾਧੀ ਸੀ ਨਸ਼ਾ ਖਤਮ ਕਰਨ ਦੀ, ਉੱਥੇ ਵੀ ਉਹ ਸਵਾਲ ਖੜੇ ਕਰ। ਪਹਿਲਾਂ ਤਾਂ ਮੇਰੇ ਬ੍ਰਦਰ ਨੇ ਗੱਲ ਕੀਤੀ ਵੀ PGI ਦੇ ਨਾਂ ਤੇ 10 ਸਾਲ ਵੋਟਾਂ ਲਈਆਂ। ਸਾਰਿਆਂ ਨੂੰ ਪਤਾ, ਇਹ ਓਪਨ ਸੀਕ੍ਰੇਟ ਹੈ, ਮੀਡੀਆ ਹੁਣੇ ਉੱਥੇ ਚੱਲੇ। 27 ਏਕੜ ਏਰੀਆ ਕਵਰ ਕੀਤਾ ਜਾ ਚੁੱਕਾ, ਬਕਾਇਦਾ 4 ਦੀਵਾਰੀ ਬਣ ਗਈ ਹੈ। ਔਰ ਤੁਹਾਨੂੰ ਭਲੀ ਭਾਂਤੀ ਇਹ ਗੱਲ ਪਤਾ ਵੀ 5 ਜਨਵਰੀ ਨੂੰ PGI ਦੇ ਫਾਊਂਡੇਸ਼ਨ ਸਟੋਨ ਲਈ ਮੋਦੀ ਸਾਹਿਬ ਦੀ ਵਿਜ਼ਿਟ ਰਖਾਈ ਗਈ ਸੀ, ਜਦ ਕਿ ਅਸੀਂ ਕਾਂਗਰਸੀ ਹਾਂ। ਪਰ ਜੇ PGI ਉੱਥੇ ਸੈਂਕਸ਼ਨ ਹੋਇਆ ਤਾਂ ਹੀ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਸੀ, ਐਵੇਂ ਤਾਂ ਨਹੀਂ ਸੀ। ਇੱਕ ਗੱਲ ਇਹਨਾਂ ਕੋਲ ਪੁੱਛੂੰਗਾ, ਸਰਦਾਰ ਸੁਖਬੀਰ ਸਿੰਘ ਬਾਦਲ 2019 ਚ ਇੱਥੇ MP ਦਾ ਇਲੈਕਸ਼ਨ ਲੜੇ, ਔਰ ਫਿਰੋਜ਼ਪੁਰ ਦੇ ਲੋਕਾਂ ਨੇ ਇਸ ਸੋਚ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਵੀ ਇਹ ਡਿਪਟੀ CM ਰਹੇ ਆ, ਠੀਕ ਹੈ, ਸ਼ਾਇਦ ਇਹ ਫਿਰੋਜ਼ਪੁਰ ਦਾ ਵਿਕਾਸ ਕਰਾਉਣਗੇ। ਲੇਕਿਨ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ BJP ਨਾਲ ਸਾਂਝ ਵੀ ਸੀ, ਉਹਨਾਂ ਦੇ ਮਿਸਿਸ ਸੈਂਟਰ 'ਚ ਮਿਨਿਸਟਰ ਵੀ ਸੀ, ਤੇ ਉਦੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਤਾਂ PGI ਬਾਰੇ ਕੁਝ ਨਹੀਂ ਕੀਤਾ, ਠੀਕ ਹੈ। ਫਿਰ PGI ਦਾ ਕਿੰਨੇ ਸ਼ੁਰੂ ਕਰਾਇਆ? ਅਸੀਂ ਸ਼ੁਰੂ ਕਰਾਇਆ। 4 ਦੀਵਾਰੀ ਬਣ ਚੁੱਕੀ ਹੈ, ਪੈਸੇ ਆ ਚੁੱਕੇ, ਬਹੁਤ ਜਲਦੀ ਤੁਸੀਂ ਦੇਖੋਗੇ ਵੀ PGI ਦੀ ਬਿਲਡਿੰਗ ਬਣ ਕੇ ਤਿਆਰ ਹੋ ਗਈ। ਔਰ PGI ਤੋਂ ਬਕਾਇਦਾ ਡਾਕਟਰਸ ਦੀ ਟੀਮ ਆਈ, ਔਰ ਬੜੀ ਜਲਦੀ ਅਸੀਂ ਇਹ ਕੋਡ ਨਾ ਲੱਗਦਾ ਤੇ ਉਹ PGI ਦੀ OPD ਸ਼ੁਰੂ ਹੋ ਜਾਣੀ ਸੀ। ਪਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਇੱਥੋਂ ਦੇ MP ਹੈਗੇ ਅੱਜ ਦੀ ਡੇਟ 'ਚ ਵੀ ਹੈ, ਉਹਨਾਂ ਨੇ ਤਾਂ ਇਸ ਗੱਲ ਤੇ ਕੁਝ ਕੀਤਾ ਹੀ ਨਹੀਂ, ਨਾ ਲੋਕਾਂ ਨੂੰ ਆ ਕੇ ਕਿਹਾ। ਔਰ 10 ਸਾਲ ਅਕਾਲੀ BJP ਸਰਕਾਰ ਰਹੀ ਪੰਜਾਬ ਦੇ ਵਿੱਚ, ਇਹ ਦੱਸਣ ਆਪਣੀਆਂ ਉਪਲਬਧੀਆਂ ਗਿਣਾਉਣ ਕਿ ਇਹਨਾਂ ਨੇ ਕੀ ਕੀਤਾ। ਇੱਕ ਵੀ ਪ੍ਰੋਜੈਕਟ ਫਿਰੋਜ਼ਪੁਰ 'ਚ ਨਹੀਂ ਆਇਆ। ਅਸੀਂ ਜਿਹੜਾ ਕਾਲਜ ਹੈ ਸ਼ਹੀਦ ਭਗਤ ਸਿੰਘ ਇੰਜੀਨੀਅਰਿੰਗ ਕਾਲਜ, ਉਹਨੂੰ ਅਪਗ੍ਰੇਡ ਕਰਕੇ ਯੂਨੀਵਰਸਿਟੀ ਬਣਾਈ ਆ। ਤੁਸੀਂ ਦੇਖੋ, ਅਗਰ ਦਿਸ ਇਜ਼ ਡਿਵੈਲਪਮੈਂਟ, ਉੱਥੇ ਜੇ ਉਹ ਯੂਨੀਵਰਸਿਟੀ 'ਚ ਕਨਵਰਟ ਹੋਇਆ, ਉੱਥੇ ਆਟੋਮੈਟਿਕਲੀ ਇੰਪਲੋਇਮੈਂਟ ਹੋਏਗੀ, ਮਿਲੇਗੀ। ਇਹ ਕਹਿੰਦੇ ਜੀ ਸਮਾਰਟਫੋਨ ਨਹੀਂ ਦਿੱਤੇ। ਮੈਂ ਤੁਹਾਨੂੰ ਡਾਟਾ ਨਾਲ ਗੱਲ ਕਰਦਾ, ਜ਼ੁਬਾਨਾਂ ਉਹਦੇ ਨਾਲ ਨਹੀਂ। DC ਆਫਿਸ ਦੇ ਵਿੱਚ ਸਾਰਾ ਡਾਟਾ, ਕਿੰਨਿਆਂ ਨੂੰ ਬੁਲਾ ਕੇ ਸਮਾਰਟਫੋਨ ਦਿੱਤੇ ਗਏ। ਘੱਟ ਤੋਂ ਘੱਟ ਮੋਰ ਦੈਨ 1 ਲੱਖ ਸਮਾਰਟਫੋਨ ਵੰਡੇ ਜਾ ਚੁੱਕੇ ਆ। ਸਿਰਫ ਫਿਰੋਜ਼ਪੁਰ ਦੀ ਗੱਲ ਕਰ ਰਿਹਾ ਮੈਂ। ਔਰ ਜਿਹੜੇ ਭੱਤਿਆਂ ਦੀ ਗੱਲ ਕਰਦੇ ਆ, ਸਾਰਿਆਂ ਦੇ ਭੱਤੇ ਵਧਾ ਕੇ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਜਮ੍ਹਾਂ ਹੈ। ਚਲੋ ਇੱਕ ਵਾਰ ਜਵਾਬ ਲੈ ਲਈਏ ਜੀ। ਚਲੋ ਉਹ ਜਵਾਬ ਦਿੱਤਾ ਤੁਹਾਡੀ ਗੱਲ ਦਾ ਉਹਨਾਂ ਨੇ। ਉਹ ਸਿੱਧੇ ਤੌਰ ਤੇ ਕਹਿ ਰਹੇ, ਕਹਿੰਦੇ ਸੁਖਬੀਰ ਸਿੰਘ ਬਾਦਲ ਨੇ ਕੀ ਕੀਤਾ? MP ਰਹੇ ਨੇ ਇੱਥੋਂ ਦੀ, ਵੱਡਾ ਨਾਮ ਚਿਹਰਾ ਪੰਜਾਬ ਦਾ ਅਕਾਲੀ ਦਲ ਦਾ। ਹਾਂਜੀ, ਸੁਖਬੀਰ ਸਿੰਘ ਬਾਦਲ, ਮੇਰੇ ਖਿਆਲ ਮੇਰੇ ਕਾਂਗਰਸੀ ਵੀਰਾਂ ਨੂੰ ਪਤਾ ਹੀ ਹੋਣਾ ਹੈ ਕਿ ਜਦੋਂ ਸੁਖਬੀਰ ਸਿੰਘ ਜੀ ਬਾਦਲ ਜਾਂ ਬੀਬਾ ਹਰਸਿਮਰਤ ਕੌਰ ਬਾਦਲ ਆਉਂਦੇ ਆ, ਇਹਨਾਂ ਨੂੰ ਨਹੀਂ ਪਤਾ ਇਹ ਝੰਡੇ ਕਿਸਾਨਾਂ ਦੇ ਫੜ ਕੇ ਜਦੋਂ ਉਹਨਾਂ ਦਾ ਵਿਰੋਧ ਕਰਦੇ ਆ, ਇਹਨਾਂ ਨੂੰ ਉਦੋਂ ਦੱਸਿਆ ਨਹੀਂ ਵੀ ਇਹ ਬੀਬਾ ਹਰਸਿਮਰਤ ਕੌਰ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਆਉਂਦੇ ਆ। PGI ਦੀ ਗੱਲ ਭਗੌੜੇ ਨਹੀਂ ਸੀ, ਡਿਵੈਲਪਮੈਂਟ ਦੀ ਗੱਲ ਕਰ ਰਹੇ। ਡਿਵੈਲਪਮੈਂਟ 'ਚ ਸੁਖਬੀਰ ਸਿੰਘ ਬਾਦਲ ਨੇ ਕੀ ਕੀਤਾ? PGI ਮਾਨਯੋਗ ਸਵਰਗੀ ਕਮਲ ਸ਼ਰਮਾ ਜੀ, ਸੁਖਬੀਰ ਸਿੰਘ ਬਾਦਲ ਜੀ ਦੀ ਦੇਣ ਆ। ਇਹਨਾਂ ਨੂੰ ਕਹੋ ਫਾਈਲ ਦਾ ਰੰਗ ਦੱਸੋ, ਜਿਹੜੀ PGI ਦੀ ਫਾਈਲ ਚੱਕ ਕੇ ਤੁਰੇ ਫਿਰੇ ਆ। ਜੇ ਇੱਕ MP ਦਿੱਲੀ ਜਾ ਕੇ MLA ਜਾ ਕੇ ਕੰਮ ਕਰ ਸਕਦਾ ਦਿੱਲੀ, ਕੀ MP ਨਹੀਂ ਕਰ ਸਕਦਾ? ਤੁਸੀਂ 10 ਸਾਲ ਵੋਟਾਂ ਲੈ ਲੀਆਂ PGI ਦੇ, ਜੇ ਤੁਸੀਂ PGI ਦਾ ਉਦਘਾਟਨ ਨੀਂਹ ਪੱਥਰ ਤੁਸੀਂ ਰੱਖੀ ਜਾਂਦੇ ਹੋ। ਤੁਸੀਂ ਇਸ ਗੱਲ ਨੂੰ ਸੋਚੋ ਕਿ ਇੱਕ PGI ਕੋਈ ਛੋਟਾ ਮੋਟਾ ਹੈ? ਇੱਕ ਛੋਟਾ ਜਿਹਾ ਹਸਪੀਟਲ ਬਣਾਉਣਾ ਆਪਾਂ,
ਜਿਹਦਾ ਐਮਐਲਏ ਨਹੀਂ ਪੱਤਰ, ਉਹ ਗਵਾਂਢੀ ਐਮਐਲਏ ਤੁਹਾਡੇ ਨਾਲ ਲੜੀ ਜਾਂਦੇ ਆ ਕਿ ਸਾਨੂੰ ਤੁਸੀਂ ਦੱਸਦੇ ਹੀ ਨਹੀਂ ਪਏ ਯਾਰ। ਤੁਸੀਂ ਪੀਜੀਆਈ ਦਾ ਨਹੀਂ ਪੱਤਰ ਰੱਖ ਰਹੇ ਹੋ। ਇਹ ਜਿਹੜਾ ਹੈ ਸੈਂਟਰ ਦਾ ਪ੍ਰੋਜੈਕਟ ਹੈ, ਸੈਂਟਰ ਦੇ ਪ੍ਰੋਜੈਕਟ ਦਾ ਹਮੇਸ਼ਾ ਹੀ ਨਹੀਂ ਪੱਥਰ ਸੈਂਟਰ ਦਾ ਹੈਲਥ ਮਿਨਿਸਟਰ, ਤੁਸੀਂ ਪੰਜਾਬ ਦਾ ਹੈਲਥ ਮਿਨਿਸਟਰ ਸੱਦ ਲਓ, ਤੁਸੀਂ ਪੰਜਾਬ ਦਾ ਡਿਪਟੀ, ਤੁਸੀਂ ਸੀਐਮ ਸੱਦ ਲਓ। ਪੀਜੀਆਈ ਦਾ ਤੁਸੀਂ ਨਹੀਂ ਪੱਤਰ ਰੱਖ ਰਹੇ ਹੋ ਤੇ ਤੁਸੀਂ ਪੰਜਾਬ ਦਾ ਸੀਐਮ ਨਹੀਂ ਆ ਸਕਦਾ। ਤੁਹਾਡਾ ਕੀ ਕਹਿਣਾ ਵੀ ਦੇਣ ਅਕਾਲੀ ਦਲ ਦੀ ਦੇਣ ਹੈ ਅਕਾਲੀ ਪੀਜੀਆਈ? ਦਲ ਬੀਜੇਪੀ ਦੀ ਦੇਣ ਹੈ। ਬੀਜੇਪੀ ਉਦੋਂ ਸਹੀ ਨਾਲ ਭਾਈਵਾਲ ਆ, ਬੀਜੇਪੀ ਦੀ ਅਕਾਲੀ ਦਲ ਦੀ ਦੇਣ ਹੈ। ਵੇਖੋ ਇਹਨਾਂ 10 ਸਾਲ ਲੈ ਲਈਆਂ ਵੋਟਾਂ। ਤੁਸੀਂ ਬਾਜ਼ਾਰ ਦੇ ਵਿੱਚ ਆਮ ਪਬਲਿਕ ਨੂੰ ਪੁੱਛ ਕੇ ਵੇਖੋ ਕਿ ਪੀਜੀਆਈ ਦੇ ਨਾਂ ਤੇ ਤੁਸੀਂ ਵੋਟਾਂ ਦਿੱਤੀਆਂ, ਕਹਿੰਦੇ ਦਿੱਤੀਆਂ ਕਿ ਹੁਣ ਪੁੱਛੋ ਕਿ ਕੀ ਗੱਲ ਮੋਦੀ ਸਾਹਿਬ ਕਿਉਂ ਆਏ? ਇਹਨਾਂ ਨੇ ਨੀਂਹ ਪੱਥਰ ਰੱਖਤਾ, ਇਹਨਾਂ ਨੇ ਪ੍ਰੋਜੈਕਟ ਚਾਲੂ ਕਰਤਾ। ਫਿਰ ਮੋਦੀ ਸਾਹਿਬ ਨੇ ਕੀ ਲੈਣ ਆਉਣਾ ਸੀ ਫਿਰੋਜ਼ਪੁਰ? ਫਿਰ ਵੀ ਇਹਨਾਂ ਨੇ ਬੰਦੇ ਖਿਲਾਰ ਕੇ ਵਾਪਸ ਭਜਾਤਾ। ਕਿ ਸਾਡਾ ਜਿਹੜਾ ਮੁੱਦਾ ਹੈ ਵੀ ਅਸੀਂ ਪੀਜੀਆਈ ਬਣਾਇਆ, ਇਹ ਮੋਦੀ ਸਾਹਿਬ ਆਪਦਾ ਸਾਰਾ ਜਿਹੜਾ ਉਹ ਲੈ ਜਾਣ, ਇਸ ਕਰਕੇ ਇਹਨਾਂ ਪਿੱਛੇ ਭਜਾਇਆ। ਜੇ ਇੰਨੇ ਹੀ ਕੰਮ ਕੀਤੇ ਸੀ ਤੇ ਤੁਸੀਂ 4.5 ਸਾਲਾਂ ਦੇ ਵਿੱਚ ਤੁਹਾਨੂੰ ਮੁੱਖ ਮੰਤਰੀ ਬਦਲਣ ਦੀ ਕੀ ਲੋੜ ਸੀ? ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਕਿਉਂ ਨਹੀਂ ਰਹਿਣ ਦਿੱਤਾ? ਜੇ ਤੁਸੀਂ ਇੰਨੇ ਕੰਮ ਕਰਤੇ, ਇੰਨਾ ਵਿਕਾਸ ਕਰਤਾ, ਫਿਰ ਤੁਹਾਨੂੰ ਮੁੱਖ ਮੰਤਰੀ ਆਪਸ 'ਚ ਤਾਂ ਛਿੱਤਰੋ ਬੋਲੀ ਹੋਈ ਜਾਂਦੇ ਹੋ ਤੇ ਡਿਵੈਲਪਮੈਂਟ ਦੀਆਂ ਗੱਲਾਂ ਕਰਦੇ ਹੋ। ਠੀਕ ਹੈ, ਜਵਾਬ ਤੁਹਾਡੇ ਕੋਲ ਲੈ ਲਵਾਂ ਜੀ, ਤੁਹਾਡਾ ਕੀ ਕਹਿਣਾ ਇਸ ਸਾਰੇ ਇਹਨਾਂ ਦੇ ਬਿਆਨ ਤੇ? ਇਹ ਆਪਣੀਆਂ ਗੱਲਾਂ ਨੂੰ ਆਪ ਹੀ ਕੰਟਰਡਿਕਟ ਕਰ ਰਹੇ ਆ। ਦੇਖੋ ਇਹਨਾਂ ਨੇ ਆਪ ਹੀ ਕਿਹਾ ਕਿ ਪੀਜੀਆਈ ਦਾ ਮਹੂਰਤ ਐਮਐਲਏ ਸਾਹਿਬ ਨੇ ਕੀਤਾ, ਬਿਲਕੁਲ ਕੀਤਾ ਜੀ। 1 ਜਨਵਰੀ 2020 ਨੂੰ ਕੀਤਾ। ਅਸੀਂ ਇਹੋ ਤਾਂ ਗੱਲ ਮੀਡੀਆ ਨੇ ਚੱਕੀ ਵੀ ਦੋ ਵਾਰੀ ਮਹੂਰਤ ਕਿਉਂ ਹੋ ਰਿਹਾ। ਉਹ ਕਹਿੰਦੇ ਦੇਣ ਹੀ ਅਕਾਲੀ ਦਲ ਭਾਜਪਾ ਦੀ ਦੇਣ ਹੈ ਪੀਜੀਆਈ, ਤੁਸੀਂ ਕਿਵੇਂ ਸਾਰਾ ਲੈ ਰਹੇ ਹੋ ਫਿਰ? ਪੀਜੀਆਈ ਯੂਪੀਏ ਗਵਰਨਮੈਂਟ ਨੇ ਮਨਜ਼ੂਰ ਕੀਤਾ ਸੀ। ਮੈਂ ਔਨ ਦਾ ਰਿਕਾਰਡ ਇਹ ਗੱਲ ਕਰਦਾ, ਵਿਦ ਪ੍ਰੂਫ ਗੱਲ ਕਰਦਾ। ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ, ਹੀ ਵਾਸ ਪ੍ਰਾਈਮ ਮਿਨਿਸਟਰ ਐਟ ਦੈਟ ਟਾਈਮ। ਅਕਾਲੀ ਬੀਜੇਪੀ ਦੀ ਦੇਣ ਕਿੱਧਰੋਂ ਆ ਗਈ? ਅਕਾਲੀ ਬੀਜੇਪੀ ਦੀ ਐਨੀ ਦੇਣ ਆ। ਮੈਂ ਬੜੀ ਇੱਕ ਜਨਰਲ ਗੱਲ ਕਰੂੰਗਾ। ਤੁਹਾਨੂੰ ਪਤਾ ਹੈ ਵੀ ਪੀਜੀਆਈ ਇਜ਼ ਅ ਵੈਰੀ ਬਿਗ ਇੰਸਟੀਚਿਊਟ, ਔਰ ਉੱਥੇ ਪੇਸ਼ੈਂਟ, ਕ੍ਰਿਟੀਕਲ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਨੂੰ ਸਾਰੇ ਕਿਤੋਂ ਜਵਾਬ ਮਿਲ ਜਾਂਦਾ। ਰੇਲਵੇ ਦਾ ਪੁਲ ਇਹਨਾਂ ਨੇ ਪੀਜੀਆਈ ਲਈ ਕਿਹੜੀ ਸਾਈਡ ਚੁਣੀ ਸੀ? ਜਦੋਂ ਅਸੀਂ ਮਨਜ਼ੂਰ ਕਰਾਤਾ, ਇਹਨਾਂ ਦੀ ਸਰਕਾਰ ਆ ਗਈ ਸਟੇਟ 'ਚ, ਇਹਨਾਂ ਨੇ ਸਾਈਡ ਚੁਣੀ ਬॉयਜ਼ ਆਈਟੀਆਈ। ਬॉयਜ਼ ਆਈਟੀਆਈ ਇਹ ਆ ਕੇਸਨਸ ਹੋਟਲ ਦੇ ਬਿਲਕੁਲ ਓਪੋਜ਼ਿਟ, ਜਿੱਥੇ ਕਿ 2 ਕਾਰਾਂ ਕ੍ਰਾਸ ਨਹੀਂ ਕਰ ਸਕਦੀਆਂ। ਤੇ ਜਿਹੜਾ ਫਿਰੋਜ਼ਪੁਰ ਦਾ ਰੇਲਵੇ ਦਾ ਪੁਲ ਆ, ਅਗਰ ਤੁਸੀਂ ਉੱਥੇ ਐਮਰਜੈਂਸੀ ਜਾਣਾ ਹੋਏ ਤੇ ਉੱਥੇ ਟ੍ਰੈਫਿਕ ਜਾਮ ਹੋ ਜੇ ਤੇ ਦਿਸ ਇਜ਼ ਵੈਰੀ ਬਿਗ ਮਿਸਟੇਕ। ਪਰਮਿੰਦਰ ਸਿੰਘ ਪਿੰਕੀ ਜੀ ਦਾ ਵਿਜ਼ਨ ਕਿੱਡਾ ਵਾਸਟ ਆ। ਉਹਨਾਂ ਨੇ ਸੋਚਿਆ ਵੀ ਪੀਜੀਆਈ ਉਸ ਜਗ੍ਹਾ ਤੇ ਬਣਨਾ ਚਾਹੀਦਾ ਜਿੱਥੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਨਾ ਹੋਏ, ਟ੍ਰੈਫਿਕ ਜਾਮ ਨਾ ਹੋਏ, ਕਿਉਂਕਿ ਪੇਸ਼ੈਂਟਸ ਦੀ ਜਿਹੜੀ ਉਸ ਵੇਲੇ ਸੈਕਿੰਡਸ ਦੀ ਵੀ ਬੜੀ ਵੈਲਿਊਏਬਲ ਹੁੰਦੇ ਆ ਟਾਈਮ। ਔਰ ਨਾਲ ਉਹਨਾਂ ਨੇ ਹੋਰ ਸੋਚਿਆ ਕਿ ਜਿਹੜਾ ਵੀ ਪੇਸ਼ੈਂਟ ਪੀਜੀਆਈ 'ਚ ਐਡਮਿਟ ਹੋਏਗਾ, ਡੈਫੀਨੇਟਲੀ ਜਿਹੜਾ ਪੇਸ਼ੈਂਟ ਪੀਜੀਆਈ ਜਾਏਗਾ ਉਹਦੇ ਨਾਲ 1 ਜਾਂ 2 ਅਟੈਂਡੈਂਟ ਹੋਣਗੇ। ਨਾਲ ਹੀ ਸ਼੍ਰੀ ਵਜੀਦਪੁਰ ਸਾਹਿਬ ਗੁਰਦੁਆਰਾ ਸਾਹਿਬ ਹੈ, ਉੱਥੇ ਸਰਾਂ ਵੀ ਹੈਗੀ ਆ, 24 ਘੰਟੇ ਲੰਗਰ ਵੀ ਚੱਲਦਾ। ਜਿਹੜੇ ਸਾਡੇ ਵੀਰ ਪੇਸ਼ੈਂਟ ਦੇ ਅਟੈਂਡੈਂਟ ਇੱਥੇ ਆਣਗੇ, ਇੱਥੇ ਪੀਜੀਆਈ 'ਚ ਪੇਸ਼ੈਂਟ ਐਡਮਿਟ ਕਰਾਉਣਗੇ, ਨਾਲ ਹੀ ਗੁਰਦੁਆਰਾ ਸਾਹਿਬ 'ਚ ਉਹਨਾਂ ਨੂੰ ਲੰਗਰ ਮਿਲੇਗਾ, ਨਾਲ ਹੀ ਰਹਿਣ ਲਈ ਕਮਰਾ ਵੀ ਮਿਲ ਜਾਏਗਾ, ਤਾਂ ਕਿ ਉਹਨਾਂ ਦੇ ਪੈਸੇ ਵੇਸਟ ਨਹੀਂ ਹੋਣਗੇ। ਇਹ ਸਰਦਾਰ ਪਰਮਿੰਦਰ ਸਿੰਘ ਪਿੰਕੀ ਦਾ ਵਿਜ਼ਨ ਹੈ, ਇਹ ਹੋਰ ਕਿਸੇ ਦਾ ਨਹੀਂ। ਅਸੀਂ ਪੀਜੀਆਈ ਲੋਕਾਂ ਦੀ ਸਿਹਤ ਵਾਸਤੇ, ਪੰਜਾਬ ਦੇ ਲੋਕਾਂ ਦੀ ਬਿਹਤਰੀ ਵਾਸਤੇ, ਮਾਲਵੇ ਦੇ ਲੋਕਾਂ ਦੀ ਬਿਹਤਰੀ ਵਾਸਤੇ ਤੇ ਫਿਰੋਜ਼ਪੁਰ ਦੇ ਲੋਕਾਂ ਨੂੰ ਬਚਾਉਣ ਲਈ ਬਣਾਉਣਾ ਚਾਹੁੰਦੇ ਆ, ਸਿਆਸਤ ਵਾਸਤੇ ਨਹੀਂ ਬਣਾਉਣਾ ਚਾਹੁੰਦੇ। ਕਾਂਗਰਸ ਦੇ ਵੱਡੇ ਦੋਸ਼ ਲੱਗੇ ਸਨ। ਪ੍ਰਧਾਨ ਮੰਤਰੀ ਜਦ ਫਿਰੋਜ਼ਪੁਰ ਆਏ ਤਾਂ ਇੱਕ ਮੈਨੂਪਲੇਟਡ ਗੇਮ ਕੀਤੀ ਗਈ ਹੈ ਵਾਪਸ ਭਜਾਉਣ ਵਾਸਤੇ। ਬ੍ਰਦਰ, ਤੁਸੀਂ ਬਹੁਤ ਲਰਨਡ ਹੋ। ਪ੍ਰਾਈਮ ਮਿਨਿਸਟਰ ਦੀ ਜਦੋਂ ਵਿਜ਼ਿਟ ਹੁੰਦੀ ਆ, ਬਕਾਇਦਾ ਸਾਰਾ ਪੀਐਮ ਆਫਿਸ ਵੱਲੋਂ ਸਾਰਾ ਖਾਕਾ ਤਿਆਰ ਕੀਤਾ ਜਾਂਦਾ, ਔਰ 48 ਆਵਰਸ ਪਹਿਲਾਂ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਸਭ ਕੁਝ ਐਸਪੀਜੀ ਆਪਦੇ ਟੇਕ ਓਵਰ ਕਰ ਲੈਂਦੀ ਆ। ਪ੍ਰਾਈਮ ਮਿਨਿਸਟਰ ਦਾ ਰੂਟ ਕੀ ਹੋਏਗਾ, ਇਹ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਤੈਅ ਕਰਕੇ ਐਸਪੀਜੀ ਨੂੰ ਦੱਸਿਆ ਜਾਂਦਾ, ਜਿੰਦੇ 'ਚ ਸੀਐਮ ਵੀ ਇੰਟਰਫੇਅਰ ਨਹੀਂ ਕਰ ਸਕਦਾ। ਤੁਸੀਂ ਲੈਟਰ ਮੇਰੇ ਕੋਲ ਹੈ ਜਿੰਦੇ 'ਚ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪਹਿਲਾਂ ਕਿਹਾ ਗਿਆ ਵੀ ਤੁਸੀਂ ਬਠਿੰਡਾ, ਉਹਨਾਂ ਨੇ ਲੈਂਡ ਕੀਤਾ, ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਬਾਏ ਹੈਲੀਕਾਪਟਰ, ਕਿਉਂਕਿ ਇੱਥੇ ਫਿਰੋਜ਼ਪੁਰ ਕੈਂਟ ਏਰੀਆ, ਇੱਥੇ ਕਿਲੇ ਵਾਲੇ ਚੌਂਕ 'ਚ ਤੁਸੀਂ ਬਾਏ ਹੈਲੀਕਾਪਟਰ ਜਾਓਗੇ। ਹੁਣ ਪ੍ਰਾਈਮ ਮਿਨਿਸਟਰ ਆ, ਉਹਨੂੰ ਤੁਸੀਂ ਤੇ ਉਹਦੇ ਤੇ ਕੋਈ ਚੀਜ਼ ਇੰਪੋਜ਼ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਜੀ ਆਈ ਵਿਲ ਸੀ ਟੂ ਇਟ, ਤੇ ਬਾਅਦ 'ਚ ਕਹਿੰਦੇ ਨਹੀਂ ਜੀ ਮੈਂ ਬਾਏ ਰੋਡ ਜਾਵਾਂਗਾ। ਹੁਣ ਪ੍ਰਾਈਮ ਮਿਨਿਸਟਰ ਬਾਏ ਰੋਡ ਕਹਿ ਰਿਹਾ ਤੇ ਪ੍ਰਾਈਮ ਮਿਨਿਸਟਰ ਨੂੰ ਤੁਸੀਂ ਕਿਵੇਂ ਮਨਾ ਕਰ ਲੋਗੇ? ਮੈਂ ਕਿਵੇਂ ਮਨਾ ਕਰ ਲਾਂਗਾ? ਇਟ ਵਾਸ ਹਿਸ ਵਿਸ਼ ਕਿ ਮੈਂ ਬਾਏ ਰੋਡ ਜਾਵਾਂਗਾ, ਜਦ ਕਿ ਬਾਏ ਰੋਡ ਆਉਣ ਦਾ ਕੋਈ ਪਲਾਨ ਹੀ ਨਹੀਂ ਸੀ। ਔਰ ਫਿਰ ਇਹਨਾਂ ਨੇ ਕਿਹਾ ਜੀ ਆਪਦੇ ਬੰਦੇ ਖੜੇ ਕਰਤੇ।
ਅਸੀਂ ਤਾਂ ਕਹਿੰਦੇ ਆ ਕਾਂਗਰਸ ਦੀ ਸਰਕਾਰ ਸਾਰੇ ਗਰੀਬਾਂ ਦੀ ਤੇ ਕਿਸਾਨਾਂ ਦੀ ਸਰਕਾਰ ਹੈ। ਜੇ ਉਸ ਪਿਆਰਿਆਣੇ ਦੇ ਪੁਲ ਤੇ ਕਿਸਾਨ ਖੜੇ ਸੀ, ਕਿਸਾਨ ਸਾਡੇ ਭਰਾ ਨੇ, ਸਾਡੇ ਵੀਰ ਨੇ, ਉਹ ਕਿਸਾਨਾਂ ਨੇ ਕੋਈ ਫਿਟੇ ਮੂੰਹ ਨਹੀਂ ਕਿਹਾ, ਕੋਈ ਮੋਦੀ ਮੁਰਦਾਬਾਦ ਨਾਰਾ ਨਹੀਂ ਮਾਰਿਆ, ਕੋਈ ਮੋਦੀ ਸਾਹਿਬ ਨੂੰ ਮਾੜੀ ਗੱਲ ਨਹੀਂ ਕਹੀ। ਤੇ ਮੋਦੀ ਸਾਹਿਬ ਤਾਂ ਆਪ ਹੀ ਸਾਇਲੈਂਟ ਸਪੈਕਟੇਟਰ ਬਣ ਕੇ ਉੱਥੇ ਖੜੇ ਰਹੇ। ਉਹਨਾਂ ਦੇ ਬੀਜੇਪੀ ਦੇ ਬੰਦੇ ਆਏ ਜਿਹੜੇ ਕਿ ਵੀਡੀਓ ਵਾਇਰਲ ਹੋਈਆਂ ਇਹ ਗੱਲ ਦੀਆਂ, ਔਰ ਬੀਜੇਪੀ ਦੇ ਬੰਦਿਆਂ ਕਰਕੇ ਹੀ ਉਹ ਅੱਗੇ ਨਹੀਂ ਗਏ। ਕਿ ਐਸਪੀਜੀ ਨੇ ਟਰਾਈ ਕੀਤਾ ਵੀ ਉਹਨਾਂ ਦਾ ਜੇ ਉੱਥੇ ਰੋਡ ਬਲੌਕ ਹੋ ਗਈ ਹੈ ਤੇ ਐਸਪੀਜੀ ਲੋਕਾਂ ਨੂੰ ਕਹਿ ਸਕਦੇ ਸੀ ਆਓ ਜੀ ਮੈਂ ਤੁਹਾਨੂੰ ਅਸੀਂ ਤੁਹਾਡਾ ਰੋਡ ਕਲੀਅਰ ਕਰ। ਨੋ, ਉਹਨਾਂ ਨੇ ਐਫਰਟਸ ਹੀ ਨਹੀਂ ਕੀਤੇ ਔਰ ਉਹਨਾਂ ਦਾ ਸ਼ੁਰੂ ਤੋਂ ਪਲਾਨ ਸੀ। ਤੁਸੀਂ ਇੱਕ ਗੱਲ ਦੱਸੋ, 5 ਜਨਵਰੀ ਮੈਂ ਤੁਹਾਨੂੰ ਦੱਸਦਾ 30 ਦਸੰਬਰ ਨੂੰ ਮੇਰੇ ਕੋਲ ਫੋਨ 'ਚ ਇਫੈਕਟ ਹੈ। 30 ਦਸੰਬਰ ਨੂੰ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮੇਲ ਦੇ ਰਾਹੀਂ ਲੈਟਰ ਲਿਖੀ ਕਿ ਫਿਰੋਜ਼ਪੁਰ ਇੱਕ ਸ਼ਹੀਦਾਂ ਦੀ ਧਰਤੀ ਹੈ, ਬਾਰਡਰ ਬਹੁਤ ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਦੇ ਮੈਟਰੀਅਲਸ ਹੈ, ਤੁਸੀਂ ਬਾਰਡਰ ਤੇ ਜ਼ਰੂਰ ਵਿਜ਼ਿਟ ਕਰੋ। ਸਾਡੀ ਉਹ ਚਿੱਠੀ ਦਾ ਰਿਪਲਾਈ ਹੈ, ਸਾਡੀ ਉਹ ਚਿੱਠੀ ਪ੍ਰਵਾਨ ਕੀਤੀ ਗਈ ਔਰ ਉਹਨਾਂ ਨੇ ਪਹਿਲਾਂ ਪ੍ਰਾਈਮ ਮਿਨਿਸਟਰ ਦੇ ਪ੍ਰੋਗਰਾਮ 'ਚ ਬਾਰਡਰ ਵਿਜ਼ਿਟ ਕਰਨ ਦੀ ਕੋਈ ਗੱਲ ਨਹੀਂ ਸੀ। ਸਾਡੀ ਚਿੱਠੀ ਨੂੰ ਐਕਸੈਪਟ ਕਰਕੇ ਬਾਰਡਰ ਵਿਜ਼ਿਟ ਦਾ ਪ੍ਰੋਗਰਾਮ ਬਣਿਆ। ਔਰ ਤੁਸੀਂ ਮੈਨੂੰ ਇੱਕ ਗੱਲ ਦੱਸੋ, ਇਹ ਕਹਿੰਦਾ ਜੀ ਪ੍ਰਾਈਮ ਮਿਨਿਸਟਰ ਕੋਈ ਛੋਟੀ ਜਿਹੀ ਚੀਜ਼ ਆ, ਪ੍ਰਾਈਮ ਮਿਨਿਸਟਰ ਭਜਾਤਾ ਜੀ, ਵਾਟ ਇਜ਼ ਦਿਸ? ਇਹ ਤਾਂ ਇੱਕ ਬੱਚਿਆਂ ਲਈ ਗੱਲ ਹੈ। ਮੰਨਦੇ ਹੋ ਨੁਕਸਾਨ ਪੰਜਾਬ ਦਾ ਹੋਇਆ? ਪੰਜਾਬ ਦਾ ਨੁਕਸਾਨ ਪਤਾ ਕੀ ਹੈ, ਇਟ ਵਾਸ ਪ੍ਰੀ ਪਲਾਨਡ। 5 ਜਨਵਰੀ ਨੈਟ ਤੇ 100% ਮੀਂਹ ਸ਼ੋ ਹੋ ਰਿਹਾ ਸੀ। ਆਪਾਂ ਕੋਈ ਮੈਰਿਜ ਫੰਕਸ਼ਨ ਵੀ ਕਰਨਾ ਹੋਏ ਨਾ, ਆਪਾਂ ਨੈਟ ਚੈੱਕ ਕਰੀਦਾ ਵੀ ਸਾਡਾ ਫੰਕਸ਼ਨ ਸਪੋਇਲ ਨਾ ਹੋ ਜੇ। ਤੇ ਰॉ ਇਨਵੋਲਵ ਹੈ, IB ਇਨਵੋਲਵ ਹੈ, FBI ਇਨਵੋਲਵ ਹੈ। ਉਦੋਂ ਬਾਵਜੂਦ ਇਹ ਐਡਾ ਵੱਡਾ ਫਾਲਟ। ਅਗਰ ਮੰਨ ਲਓ ਸਪੋਜ਼ ਉਹਨਾਂ ਨੇ ਕੋਈ ਭਲਾ ਕੁਝ ਦੇਣਾ ਸੀਗਾ ਤੇ ਕਿੰਨੇ ਰੋਕਿਆ ਉਹਨੂੰ ਦੇਣ ਤੋਂ? ਉਧਰ ਇੱਥੇ ਵੀ ਦੇਣਾ ਸੀਗਾ। ਆਪਾਂ ਹਲਕੇ ਦੇ ਮੁੱਦੇ ਦੀ ਗੱਲ ਕਰਦੇ ਹਾਂ, ਅਕਾਲੀ ਦਲ ਕੋਲ ਹਲਕੇ ਦੇ ਮੁੱਦੇ ਦੀ ਹੋਰ ਕਿਹੜੀ ਦਿੱਕਤਾਂ ਜੀ? ਖਾਸ ਕਰਕੇ ਆਪਾਂ ਹਲਕੇ ਦੀ ਗੱਲ ਕਰੀਏ, ਕਾਰਗੁਜ਼ਾਰੀ ਨੂੰ ਲੈ ਕੇ ਵਿਧਾਇਕ ਸਾਹਿਬ ਦੀ, ਸਿਰਫ ਹਲਕੇ ਦੀ ਗੱਲ ਕਰੀਏ। ਹਲਕੇ ਦੀ ਗੱਲ ਤੁਸੀਂ ਦੇਖੋ ਜੀ, ਅਕਾਲੀ ਦਲ ਨੇ ਪਿੰਡਾਂ ਦੇ ਵਿੱਚ ਸੁਵਿਧਾ ਕੇਂਦਰ ਖੋਲ੍ਹੇ ਸੀ, ਇਹਨਾਂ ਨੇ ਬੰਦ ਕਰਤੇ। ਆਟਾ ਦਗਾਲ ਸਕੀਮ ਜਿਹੜੀ ਬਾਦਲ ਸਾਹਿਬ ਨੇ ਦਿੱਤੀ ਸੀ, ਇਹਨਾਂ ਨੇ ਕਿਹਾ ਸੀ ਖੰਡ ਘਿਓ ਤੇ ਨਾਲ ਪੱਤੀ ਵੀ ਦੇਵਾਂਗੇ, ਉਹ ਦੇਤੀ ਗਰੀਬਾਂ ਨੂੰ ਇਹਨਾਂ ਨੇ। ਦੇਖੋ ਨੌਕਰੀ ਪੁੱਛੋ ਕਿਸੇ ਨੌਜਵਾਨ ਨੂੰ ਮਿਲ ਗਈ ਏ। ਜਿਹੜੀ ਮੁੱਦਿਆਂ ਦੀ ਗੱਲ ਉਹਦੇ ਤੋਂ ਤਾਂ ਇਹ ਗੱਲ ਕਰਦੇ ਹੀ ਨਹੀਂ, ਮੁੱਦਿਆਂ ਤੋਂ ਭੜਕਾਉਣ ਦੀ ਗੱਲ ਆ। ਕਦੀ ਕਿਸੇ ਦੇ ਪਰਚਾ ਕਰਾਤਾ ਨਜਾਇਜ਼, ਕਦੀ ਕਿਸੇ ਦਾ ਪਰਚਾ ਨਜਾਇਜ਼ ਕਰਾਤਾ, ਤੇ ਇਹ ਤੁਸੀਂ ਕਹਿੰਦੇ ਜੇ ਡਿਵੈਲਪਮੈਂਟ ਆ। ਸਰ ਜਿਹੜੀ ਗੱਲ ਇਹ ਕਰਦੇ ਆ ਵੀ ਮੋਦੀ ਜੀ ਵਾਪਸ ਗਏ ਚਲੇ, ਉਹ ਬੀਜੇਪੀ ਦਾ ਮਸਲਾ ਜਾਂ ਇਹਨਾਂ ਦਾ ਮਸਲਾ ਸੀ, ਉਹਦੇ 'ਚ ਨਹੀਂ ਬੋਲਦੇ। ਭਾਜੀ ਇੱਕ ਮਿੰਟ, ਮੈਂ ਬੋਲਿਆ ਨਹੀਂ, ਗੱਲ ਕਰਨ ਦਿਓ, ਤੁਸੀਂ ਗੱਲ ਕਰਨ ਦਿਓ ਪਲੀਜ਼। ਅਸੀਂ ਬੋਲੇ ਨਹੀਂ, ਤੁਸੀਂ ਨਾ ਬੋਲੋ। ਹਾਂ, ਇਹਨਾਂ ਕਿੰਨਾ ਚਿਰ ਮੂਰਖ ਬਣਾਉਣਾ ਹੈ ਫਿਰੋਜ਼ਪੁਰ ਦੀ ਜਨਤਾ ਨੂੰ? 10 ਸਾਲ ਹੋ ਗਏ, ਰੋਕਿਆ ਕਿੰਨੇ PGI ਬਣਾਉਣ? 5 ਸਾਲ ਇਹਨਾਂ ਦੀ ਗਵਰਨਮੈਂਟ ਪੰਜਾਬ ਸੀ, ਬਣਾਇਆ ਨਹੀਂ PGI। ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ। ਤੀਜੀ ਵਾਰੀ PGI ਦਾ ਮੁੱਦਾ ਲੈ ਕੇ ਬਸ ਲੋਕਾਂ ਨੂੰ ਭਜਾਈ ਫਿਰਦੇ ਜੀ। ਹੋਰ ਕੀ ਮੁੱਦੇ ਨੇ? ਹਲਕੇ ਦੀ ਗੱਲ ਕਰੀਏ, ਉਹ ਤਾਂ ਕਹਿ ਰਹੇ ਨੇ, ਕਾਂਗਰਸੀ ਕਹਿ ਰਹੇ ਨੇ ਅਸੀਂ ਕੰਮ ਕੀਤੇ ਨੇ, ਆਪਣੀ ਸਾਡੀ ਕਾਰਗੁਜ਼ਾਰੀ ਬਹੁਤ ਵਧੀਆ ਹੈ, ਸਾਨੂੰ ਜਿੱਤ ਮਿਲਣੀ। ਹੋਰ ਕੀ ਮੁੱਦੇ ਨੇ? ਇਹ ਯੂਨੀਵਰਸਿਟੀ ਦੀ ਗੱਲ ਕਰਦੇ ਆ, ਉੱਥੋਂ ਦੇ EMPLOYEES ਨੂੰ ਪੁੱਛੋ ਜਾ ਕੇ, ਕਿਸੇ ਨੂੰ ਕੋਈ ਤਨਖਾਹ ਨਹੀਂ ਮਿਲੀ ਅਜੇ ਤੱਕ, 2-2 ਸਾਲ ਹੋ ਗਏ। ਇਹ ਕਿਹੜੀ ਗੱਲ ਦੀ ਗੱਲ ਕਰਦੇ ਜੀ? ਕਿਹੜਾ ਇੱਥੇ ਨਾ ਹਸਪੀਟਲ ਬਣਾਤਾ ਕੋਈ ਹੋਰ? ਇੱਥੇ ਉਹਦੀ PGI ਨੂੰ ਸਦੋ, ਸਿਵਲ ਹਸਪਤਾਲ ਜਾ ਕੇ ਵੇਖੋ ਕੀ ਹਾਲ ਹੈ। ਸਿਰਫ 307 ਤੇ 26 ਦੇ ਪਰਚਿਆਂ ਵਾਸਤੇ ਹਸਪੀਟਲ ਰਹਿ ਗਿਆ। ਉਹ ਬਿਲਕੁਲ ਧੱਕਾ ਕੀਤਾ ਹਰੇਕ ਨਾਲ, ਹੋਰ ਬਿਲਕੁਲ ਪਰਚੇ ਹੋਏ। ਮੈਂ ਆਪ ਪਰਚਾ ਹਟਾਇਆ ਜੀ, ਝੂਠੇ ਪਰਚੇ। 57 ਤੁਸੀਂ ਕੋਈ ਬੰਦਾ ਸੁਣਿਆ ਅੰਦਰ ਰਿਹਾ ਹੋਵੇ ਜੇਲ੍ਹ 'ਚ? ਮੈਂ ਰਿਹਾ ਜੀ। ਇਹ ਕੁਛ ਵਿਕਾਸ ਕੀਤਾ ਇਹਨਾਂ, ਜਾਂ ਆਪਣੀ ਜੇਬਾਂ ਦਾ ਵਿਕਾਸ ਕੀਤਾ, ਹੋਰ ਕਿਸੇ ਨੂੰ ਨਹੀਂ ਪੁੱਛਿਆ ਜੀ। ਬਸ ਚੋਰੀਆਂ। ਇੱਕ ਵਾਰੀ ਜਵਾਬ ਤੁਹਾਡੇ ਕੋਲ ਜਵਾਬ ਲੈ ਲਵਾਂ ਜੀ। ਪਹਿਲੀ ਗੱਲ ਕਹਿੰਦੇ ਨੇ ਸੁਵਿਧਾ ਸੈਂਟਰ ਖੋਲੇ ਸੀ, ਉਹ ਬੰਦ ਕੀਤੇ ਨੇ ਇਹਨਾਂ ਨੇ, ਤੇ ਆਟਾ ਦਾਲ ਸਕੀਮ ਬਾਦਲ ਸਰਕਾਰ ਦਿੰਦੀ ਸੀ, ਉਹ ਬੰਦ ਕੀਤੀ ਹੈ, ਤੇ ਝੂਠੇ ਪਰਚੇ ਕਰਾਏ। ਸੁਵਿਧਾ ਸੈਂਟਰ ਦੇ ਵਿੱਚ ਅਸੀਂ 35 ਜਿਹੜੀਆਂ ਨਵੀਆਂ ਸਕੀਮਾਂ ਲੈ ਕੇ ਆਏ ਸੀਗੇ, ਜਿਹੜੀਆਂ ਕਿ ਹੁਣ ਜਿਸ ਦੇ ਨਾਲ ਉੱਥੇ ਡਰਾਈਵਰੀ ਲਾਇਸੈਂਸ ਵਗੈਰਾ ਹੋਰ ਜਿਹੜੀਆਂ ਸਕੀਮਾਂ ਨੇ, 35 ਤਰ੍ਹਾਂ ਦੀਆਂ ਸਕੀਮਾਂ ਹੋਰ ਉੱਥੇ ਲੈ ਕੇ ਆਏ ਸੀ। ਪੈਨਸ਼ਨ ਜਿਹੜੀ ਉੱਥੋਂ ਜਿਹੜੀ ਆਨਲਾਈਨ ਹੁੰਦੀ, ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀ ਸਰਕਾਰ ਨੇ ਹੀ ਉਹ ਜਿਹੜੀਆਂ ਉਹਦੀ ਸੁਵਿਧਾ ਵਧਾਈਆਂ ਸੀਗੀਆਂ। ਉਹ ਸੁਵਿਧਾ ਕੇਂਦਰਾਂ ਦੀਆਂ ਸੁਵਿਧਾ 35 ਜਿਹੜੀਆਂ ਸੁਵਿਧਾ ਨਵੀਆਂ ਐਡ ਕੀਤੀਆਂ ਗਈਆਂ, ਜਿਹੜੇ ਕਹਿੰਦੇ ਬੰਦ ਕਰ ਦਿੱਤੇ ਗਏ। ਉਸ ਦੇ ਨਾਲ ਜਿਹੜੀ ਇਹ ਗੱਲ ਕਰਦੇ ਸਿਵਲ ਹਸਪੀਟਲ ਦੀ, 4 ਕਰੋੜ ਰੁਪਈਆ ਸਿਵਲ ਹਸਪਤਾਲ ਦੇ ਵਿੱਚ ਲੱਗ ਕੇ ਸਾਰੇ ਸਿਵਲ ਹਸਪੀਟਲ ਦਾ ਨਵੀਨੀਕਰਨ ਹੋ ਗਿਆ ਔਰ ਇੱਕ ਪ੍ਰਾਈਵੇਟ ਹਸਪਤਾਲ ਵਰਗਾ ਉਹ ਹਸਪਤਾਲ ਬਣ ਗਿਆ। ਆਟਾ ਦਾਲ ਸਕੀਮ ਜਿਹੜੀ ਉਹ ਸਾਡੇ ਸਮਾਰਟ ਕਾਰਡ ਬਣੇ ਨੇ ਤੇ ਸਾਰਿਆਂ ਨੂੰ ਆਟਾ ਦਾਲ ਸਕੀਮ ਮਿਲ ਰਹੀ। ਆਓ ਪਬਲਿਕ 'ਚ ਵਿਖਾਈਏ ਕਿੰਨੀ ਮਿਲਦੀ ਜੀ। ਚਲੋ ਮੈਂ ਤੁਹਾਡੇ ਕੋਲ ਇੱਕ ਸਵਾਲ ਕਰ ਰਿਹਾ। ਮੁੱਖ ਮੰਤਰੀ ਪੰਜਾਬ ਚੰਨੀ, ਉਹਨਾਂ ਦੇ ਰਿਸ਼ਤੇਦਾਰਾਂ ਦਾ ਘਰ ਰੇਡ ਹੋਈ ਹੈ, ਕਿੰਨਾ ਨੁਕਸਾਨ ਇਸਦਾ ਹੋ ਸਕਦਾ ਹੈ? ਕਿਉਂਕਿ ਪੈਸੇ ਵੀ ਬਰਾਮਦ ਹੋਏ ਨੇ, ED ਨੇ ਰੇਡ ਕੀਤੀ ਹੈ, ਕਿੰਨਾ ਨੁਕਸਾਨ ਜਿਹੜਾ ਤੇ ਕਾਂਗਰਸ ਨੂੰ ਝੇਲਣਾ ਪਿਆ? ਦੇਖੋ, ਚੰਨੀ ਇੱਕ ਸਾਫ਼ ਸੁਥਰਾ ਤੇ ਇਮਾਨਦਾਰ ਮੁੱਖ ਮੰਤਰੀ ਹੈ, ਜਿਹੜਾ ਕਿ ਗਰੀਬਾਂ ਦਾ ਸਹਾਰਾ। ਚੰਨੀ ਸਾਹਿਬ ਦਾ ਹਰਮਨ ਪਿਆਰਾ, ਠੀਕ ਹੈ। ਅਗਰ ਕੋਈ ਰਿਸ਼ਤੇਦਾਰ ਮਾੜਾ ਹੋ ਜੇ ਜਾਂ ਕਿਸੇ ਰਿਸ਼ਤੇਦਾਰ ਕੋਲ ਦੇ ਘਰੇ ਮੰਨ ਲਓ ਚਲੋ
ਮੈਂ ਐਜ਼ ਪਰ ਜੋ ਮੀਡੀਆ ਜਾਂ ਨਿਊਜ਼ ਆ ਕਹਿ ਦੇਣਾ ਫੜੀ ਗਈ, ਉਹਦੇ 'ਚ ਚੰਨੀ ਦੀ ਇਨਵੋਲਵਮੈਂਟ ਹੈ ਕਿ ਚੰਨੀ ਦੇ ਘਰੋਂ ਕੋਈ ਪੈਸਾ ਬਰਾਮਦ ਹੋਇਆ? ਚੰਨੀ ਦੇ ਘਰੋਂ ਕੋਈ ਪੈਸਾ ਨਹੀਂ ਬਰਾਮਦ ਹੋਇਆ ਨਾ। ਚੰਨੀ ਇਹ ਕਿਤੇ ਆਇਆ ਵੀ ਚੰਨੀ ਨੇ ਆ ਮਾੜਾ ਕੰਮ ਕੀਤਾ। ਹੁਣ ਈਡੀ ਇਜ਼ ਜਸਟ ਲਾਈਕ ਈਡੀ ਕਿੰਦੇ ਹੱਥਾਂ 'ਚ ਖੇਲ ਰਹੀ ਆ? ਪ੍ਰਾਈਮ ਮਿਨਿਸਟਰ ਦੇ ਹੱਥਾਂ 'ਚ ਤੇ ਹੋਮ ਮਿਨਿਸਟਰ ਦੇ ਹੱਥਾਂ 'ਚ। ਈਡੀ ਨੂੰ ਤਾਂ ਇੱਕ ਉਹ ਆਪਣਾ ਟੂਲ ਯੂਜ਼ ਕਰ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ 'ਚ ਬੀਜੇਪੀ ਦਾ ਆਧਾਰ ਨਹੀਂ ਹੈਗਾ। ਤੇ ਹੁਣ ਪੰਜਾਬ 'ਚ ਸੀਐਮ ਨੇ ਦੇਖੋ ਆਪਣੇ ਪੰਜਾਬੀਆਂ ਦੇ ਹਿੱਤ ਲਈ ਬਹੁਤ ਵਧੀਆ ਟਵੀਟ ਕੀਤਾ ਸੀ। ਉਹਨਾਂ ਨੇ ਕਿਹਾ ਵੀ ਅਗਰ ਇੰਨਾ ਹੀ ਡਰ ਲੱਗਦਾ ਤੇ ਫਿਰ ਦੇਸ਼ ਨੂੰ ਚਲਾਉਣ ਦੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ। ਔਰ ਆਪਾਂ ਨੂੰ ਵੀ ਪਤਾ ਜਿਹੜੀ ਪੰਜਾਬੀ ਕੌਮ ਹੈ ਦਲੇਰਾਂ ਦੀ ਕੌਮ ਹੈ, ਇਹ ਯੋਧਿਆਂ ਦੀ ਕੌਮ ਹੈ। ਔਰ ਇਹ ਪੰਜਾਬੀ ਹੀ ਸੀ ਜਿਹੜੇ ਦਿੱਲੀ ਤੋਂ ਜਾ ਕੇ ਉਹ 3 ਕਾਲੇ ਕਾਨੂੰਨ ਰੱਦ ਕਰਾ ਕੇ ਲਿਆਏ ਤੇ ਦਿੱਲੀ ਦਾ ਕਿਲਾ ਫਤਿਹ ਕਰਕੇ ਆਏ। ਇਹ ਪੰਜਾਬੀਆਂ ਦੀ ਸ਼ਾਨ ਆ। ਚੰਨੀ ਅਕਾਲੀ ਦਲ ਦੀ ਮਿਲੀ ਭੁਗਤ ਸੀ ਉਦੋਂ ਨਾਲ ਬੀਜੇਪੀ ਦੇ, ਜਦੋਂ ਇਹ ਕਾਲੇ ਕਾਨੂੰਨ ਬਣੇ ਸੀ, ਕਿਉਂਕਿ ਹਰਸਿਮਰਤ ਉਦੋਂ ਸੈਂਟਰ 'ਚ ਮਿਨਿਸਟਰ ਸੀ। ਉਹ ਕਿਉਂ ਨਹੀਂ ਬੋਲੀ? ਚਲੋ ਮੁੱਖ ਮੰਤਰੀ ਤੁਹਾਡੇ ਕੋਲ ਸਵਾਲ ਕਰ ਲਾ। ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਕਿ 111 ਦਿਨ ਦੀ ਰਿਪੋਰਟ ਕਾਰਡ ਨਾਲ ਮੈਂ ਮੈਦਾਨ 'ਚ ਜਾਵਾਂਗਾ। ਫਿਰੋਜ਼ਪੁਰ ਦੇ ਕਾਂਗਰਸੀ ਕੀ ਕਹਿੰਦੇ ਨੇ? ਰਿਪੋਰਟ ਕਾਰਡ ਲੈ ਕੇ ਜਾਊਂਗਾ 111 ਦਿਨਾਂ ਦਾ ਕਿ ਫਿਰ ਪਿਛਲੇ 5 ਸਾਲਾਂ ਦਾ? ਜੀ ਫਿਰੋਜ਼ਪੁਰ ਦੇ ਲੋਕਾਂ ਦੇ ਵਿੱਚ ਜੋ ਵਿਸ਼ਵਾਸ ਪਰਮਿੰਦਰ ਸਿੰਘ ਪਿੰਕੀ ਜੀ ਲਈ ਬਣ ਚੁੱਕਾ ਹੈ, ਕੋਈ 111 ਦਿਨ ਨਹੀਂ, ਕੋਈ 1111 ਦਿਨ ਨਹੀਂ। ਦੇਖੋ ਉਹ ਇੱਕ ਫਿਰੋਜ਼ਪੁਰ ਦੇ ਹਰਮਨ ਪਿਆਰੇ ਦਰਵੇਸ਼, ਔਰ ਜੋ ਕਹਿ ਲਈਏ ਵਾਜ਼ੇ ਫਿਰੋਜ਼ਪੁਰ, ਦੁਨੀਆ ਨੇ ਉਹਨਾਂ ਨੂੰ ਕੀ ਨਾਮਾਂ ਨਾਲ ਅੱਜ ਜਿੱਥੇ ਆਪਾਂ ਖੜੇ ਆਂ ਇਸ ਜਗ੍ਹਾ ਅਕਾਲੀ ਦਲ ਦੇ ਬੰਦਿਆਂ ਦੇ ਨਾਂ ਤੇ ਗਰਦੌਰੀਆਂ ਸੀ ਇਸ ਜ਼ਮੀਨ ਦੀਆਂ। ਇੱਥੋਂ ਦੇ ਜਿਹੜੇ ਅਕਾਲੀ ਦਲ ਦੇ ਬੰਦੇ ਸੀ 10-10 ਲੱਖ ਨੂੰ ਮਰਲਾ ਥਾਂ ਵੇਚੀ ਵਾਪਸ ਛੜਾਈ ਗਈ ਹੈ ਔਰ ਉਹਨਾਂ ਤੇ ਪਰਚੇ ਹੋਏ ਆ। ਜਿਹੜੇ ਪਰਚਿਆਂ ਦੀ ਗੱਲ ਕਰਦੇ ਆ, ਇਸੇ ਥਾਂ ਤੇ ਖੜੇ ਵਾਲੀ ਜਿਹੜੀ ਜਗ੍ਹਾ ਤੇ ਆਪਾਂ ਖੜੇ ਆਂ ਮੌਜੂਦਾ, ਜਿਹੜੇ ਤੁਹਾਨੂੰ ਕਹਿ ਰਹੇ ਸੀ ਪਰਚੇ, ਉਹਨਾਂ ਦੀਆਂ ਗਰਦੌਰੀਆਂ ਕਢਾਓ ਕਿ 10 ਸਾਲ ਪਹਿਲਾਂ 7-5 ਇਹ ਜਿਹੜਾ 12 ਤੋਂ ਲੈ ਕੇ 7 ਤੋਂ ਲੈ ਕੇ ਇਹਦੀਆਂ ਗਰਦੌਰੀਆਂ ਕਿਹਦੇ ਨਾਂ ਤੇ ਸੀ? ਔਰ ਇਹ ਸ਼ਹੀਦਾਂ ਦੇ ਨਾਂ ਤੇ, ਕਿਉਂਕਿ ਫਿਰੋਜ਼ਪੁਰ ਸ਼ਹੀਦਾਂ ਦੀ ਧਰਤੀ ਹੈ। ਸਿਰਫ ਆਪਾਂ ਕਹਿੰਦੇ ਸੀ ਨਾ ਇੱਕ ਭਗਤ ਸਿੰਘ ਜਦੋਂ ਸ਼ਹੀਦ ਹੋਇਆ ਸੀ ਕਿ ਹਰ ਰੋਜ਼ 1000 ਭਗਤ ਸਿੰਘ ਪੈਦਾ ਹੋਇਆ ਕਰੂਗਾ। ਫਿਰੋਜ਼ਪੁਰ ਦੇ ਵਿੱਚ ਸਿਰਫ ਜੇ ਸ਼ਹੀਦਾਂ ਦੇ, ਕਿਉਂਕਿ ਬਾਹਰ ਹੋਰ ਤਾਂ ਕੋਈ ਫਿਰੋਜ਼ਪੁਰ ਦਾ ਹੈ ਹੀ ਨਹੀਂ, ਕੋਈ ਹੋਰ ਕੈਂਡੀਡੇਟ ਤਾਂ ਸਾਰੇ ਬਾਹਰ ਦੇ ਆ। ਪ੍ਰਵਾਸੀ ਪੰਛੀ ਗੁਰੂਵਰ ਸਾਹਿਬ ਤੋਂ ਲੈ ਆਂਦੇ, ਬੀਜੇਪੀ ਨੇ ਵੀ ਗੁਰੂਵਰ ਸਾਹਿਬ ਤੋਂ, ਅਕਾਲੀ ਦਾ ਵੀ ਗੁਰੂ ਸਾਹਿਬ ਤੋਂ। ਉਹ ਤਾਂ ਵਿਚਾਰਾ ਇੱਥੋਂ ਜਾਂਦਾ ਤੇ ਉਹ ਸਾਂਦੇ ਚਲਾ ਜਾਂਦਾ, ਉਹ ਕਹਿੰਦੇ ਨਹੀਂ ਜੀ ਨਹੀਂ ਆਪਣਾ ਤਾਂ ਆਪਣਾ ਏਰੀਆ ਖਤਮ ਹੋ ਗਿਆ ਜੀ, ਆਪਾਂ ਤਾਂ ਪਿੱਛੇ ਰਹਿ ਗਏ। ਜਿਨ੍ਹਾਂ ਨੂੰ ਪਤਾ ਹੀ ਨਹੀਂ ਜਨਮ ਭੂਮੀ ਨੂੰ ਕਰਮ ਭੂਮੀ 'ਚ ਬਦਲਣ ਵਾਸਤੇ ਪਰਮਿੰਦਰ ਸਿੰਘ ਪਿੰਕੀ ਇੱਕ ਬੇੜਾ ਲੈ ਕੇ ਆਏ ਸੀ ਪਛੜਾ ਸ਼ਬਦ ਹਟਾਉਣ ਵਾਸਤੇ। ਭਾਵੇਂ ਅੱਜ ਸ਼ਹੀਦਾਂ ਦੀ ਧਰਤੀ ਤੇ ਫੁਲਵਾੜੀ ਵੇਖੋ ਜਾ ਕੇ, ਸ਼ਹੀਦਾਂ ਦੀ ਫੁਲਵਾੜੀ ਦਾ ਨਾਮ ਦਿੱਤਾ ਗਿਆ। ਭਾਵੇਂ ਅੱਜ ਉੱਥੇ ਵਿਰਾਸਤੀ ਪੈਲਸ ਬਣਾਏ ਗਏ, ਹੋਟਲ ਬਣਾਏ ਗਏ, ਜਾਂ ਜਿਹੜੀ ਥਾਂ ਤੇ ਆਪਾਂ ਖੜੇ ਆ ਦੇਖੋ ਭਗਤ ਉਹਨਾਂ ਦੇ ਨਾਂ ਦੇ ਉੱਤੇ। ਜੇ ਵਾਕਈ ਸ਼ਹੀਦਾਂ ਦਾ ਕਿਸੇ ਦੇ ਵਿੱਚ ਖੂਨ ਹੈ ਭਗਤ ਸਿੰਘ ਦਾ, ਤਾਂ ਉਹ ਸਰਦਾਰ ਪਰਮਿੰਦਰ ਸਿੰਘ ਪਿੰਕੀ ਦੀ ਰੂਹ ਉਹਨਾਂ ਦੇ ਵਿੱਚ ਵਸ ਕੇ ਆਈ ਹੈ। ਬੱਚੇ ਨੂੰ ਪਤਾ ਹੈ ਫਿਰੋਜ਼ਪੁਰ ਦੇ ਵਿੱਚ। ਔਰ ਇਹ ਜਿਹੜੇ ਵੱਡੇ ਗੈਂਗਸਟਰ ਔਰ ਜੋ ਅਕਾਲੀ ਦਲ 'ਚ ਗੰਦ ਪਾਇਆ ਸੀ ਇਹਨਾਂ ਨੇ, ਉਹਨੂੰ ਕੱਢਣ ਲੱਗੇ ਹਜੇ ਸਾਨੂੰ 5-7 ਸਾਲ ਹੋਰ ਲੱਗਣਗੇ। ਜਿਹੜੀਆਂ ਕਬਜ਼ੇ ਤੇ ਜੋ ਪੁਰਾਣਾ ਕੀਤਾ ਸੀ ਔਰ ਜੋ ਵਾਪਸ ਦਵਾਇਆ, ਇੱਕ ਗੱਲ ਦੀ ਸਾਡਾ ਵਾਅਦਾ, ਇੱਕ ਕਬਜ਼ਾ ਦਿਖਾਉਣ ਫਿਰੋਜ਼ਪੁਰ ਦੇ ਵਿੱਚ ਕਿਸੇ ਕਾਂਗਰਸੀ ਵਰਕਰ ਨੇ ਸਾਡੇ ਨੇ ਕੋਈ 2 ਮਰਲਿਆਂ ਤੇ ਵੀ ਕੀਤਾ ਹੋਵੇ, ਕਿਸੇ ਦੁਕਾਨ ਤੇ, ਕਿਸੇ ਮਕਾਨ ਤੇ। ਤੇ ਆ ਜਿਹੜੀ ਥਾਂ ਤੁਸੀਂ ਵੇਖ ਰਹੇ ਹੋ, ਆ ਜਿਹੜੀ ਥਾਂ ਵੇਖ ਰਹੇ ਆ 8-8 ਕਿੱਲੇ ਜਗ੍ਹਾ 10-10 ਲੱਖ ਨੂੰ ਮਰਲੇ ਵਾਲੀ ਜਗ੍ਹਾ ਦੇ ਵਿੱਚ ਖੜੇ ਆ, ਜਿੱਥੇ ਪਾਰਕ ਬਣੇ ਆ ਔਰ ਸ਼ਹੀਦਾਂ ਦੇ ਪਾਰਕ ਸ਼ਹੀਦਾਂ ਨੂੰ ਸਮਰਪਿਤ ਕੀਤੇ ਗਏ ਆ। ਐਲਈਡੀਆਂ ਲੱਗੀਆਂ। ਜਵਾਬ ਦੇ ਦਿਓ ਜੀ। ਕਹਿੰਦੇ ਪਰਮਿੰਦਰ ਪਿੰਕੀ ਨੇ ਕੰਮ ਬਹੁਤ ਕੀਤੇ ਨੇ, ਕਹਿੰਦਾ ਜਿਹੜਾ ਕੈਂਡੀਡੇਟ ਅਕਾਲੀ ਦਲ ਦਾ ਹੈ ਹੀ ਬਾਹਰਲਾ, ਤੇ ਰਾਹ ਹੀ ਨਹੀਂ ਪਤਾ ਉਹਨਾਂ ਨੂੰ। ਤਾਂ ਨਹੀਂ ਜੀ, ਇਹੋ ਜੀ ਕੋਈ ਗੱਲ ਨਹੀਂ ਗੀ। ਉਹ ਇੱਥੇ ਹੀ ਰਹੇ ਨੇ, ਇੱਥੇ ਪਹਿਲੋਂ ਪ੍ਰਧਾਨ ਰਹੇ ਨੇ, ਹੁਣ ਆ ਗਏ ਨੇ, ਕੰਮ ਕਰਾਂਗੇ ਅਸੀਂ। ਵੇਖੋ ਸੁਖਬੀਰ ਜੀ ਜਦੋਂ ਸੀਗੀ ਸਰਕਾਰ ਅਕਾਲੀ ਦਲ ਦੀ, ਕਿੰਨੇ ਸੜਕਾਂ ਦੇ ਜਾਲ ਜੋ ਵੀ ਹੈ ਉਹ ਸਾਰਾ ਕੁਝ ਅਕਾਲੀ ਦਲ ਦੀ ਦੇਣ ਹੈ। ਇਹ ਤਾਂ ਕਹਿੰਦੇ ਸੀ ਕਿ ਅਸੀਂ ਆਟੇ ਦਾਲ ਨਾਲ ਉਹਦਾ ਘਿਓ ਮੱਖਣ ਦੇਵਾਂਗੇ, ਘਿਓ ਦੇਵਾਂਗੇ, ਕਿੱਥੇ ਆ ਘਿਓ? ਸਾਰੇ ਦੇਖੀ ਆਪਾਂ ਇੱਥੋਂ ਮੈਂਬਰ ਪਾਰਲੀਮੈਂਟ ਨੇ ਸੁਖਬੀਰ ਸਿੰਘ ਬਾਦਲ, ਖਾਸ ਉਹ ਵੀ ਪ੍ਰੋਜੈਕਟ ਲੈ ਕੇ ਆਏ ਹੋਣੇ ਨੇ ਵੱਡੇ ਕੋਈ? ਸਰ ਉਹਨਾਂ ਨੂੰ 2 ਸਾਲ ਹੋ ਗਏ ਐਮਪੀ ਬਣੇ ਨੂੰ। ਸਰ ਉਦੋਂ ਬਾਅਦ ਕਰੋਨਾ ਟਾਈਮ ਆ ਗਿਆ। ਕਰੋਨਾ ਟਾਈਮ ਦੇ ਵਿੱਚ ਤੁਸੀਂ ਦੱਸ ਦਿਓ ਵੀ ਕਿਹੜੇ ਐਮਪੀ ਨੂੰ ਕੋਈ ਫੰਡ ਮਿਲਿਆ ਹੈ? ਇਹ ਫੰਡ ਰੁਕੇ ਹੋਣ ਕਰਕੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਇੱਥੇ ਮਤਲਬ ਉਹਨਾਂ ਨੇ ਫੰਡ ਨਹੀਂ ਯੂਜ਼ ਕੀਤੇ। ਜਿਹੜੇ ਜਿੰਨੇ ਵੀ ਫੰਡ ਉਹਨਾਂ ਕੋਲੇ ਆਏ ਉਹਨਾਂ ਨੇ ਦਿੱਤੇ ਆ। ਸਿਵਲ ਹਸਪੀਟਲ ਨੂੰ ਵੈਂਟੀਲੇਟਰ ਦਿੱਤੇ ਆ, ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਦਿੱਤੀਆਂ ਐਮਪੀ ਫੰਡ ਦੇ ਵਿੱਚ। ਜਿੰਨੇ ਕੰਮ ਗਨਾਏ ਨੇ ਕਾਂਗਰਸੀਆਂ, ਜਿੰਨੇ ਕੰਮ ਗਨਾਏ ਨੇ ਕਿ ਇੱਕ ਮਿੰਟ ਸਾਰੇ ਪੰਜਾਬ ਚ ਆਏ ਸੀ, ਜਿੰਨੇ ਪਿੰਕੀ ਜੀ ਲੰਗਰ ਵੰਡਦੇ ਰਹੇ ਇੱਥੇ, ਜਿੰਨੇ ਕੰਮ ਕਰਾਏ। ਲੰਗਰ ਤਾਂ ਸਾਰੇ ਹੀ ਵੰਡਦੇ ਆ ਜੀ, ਲੰਗਰ ਤਾਂ ਸਾਰੇ ਵੰਡਦੇ ਆ ਜੀ। ਲੰਗਰ ਸਾਰਿਆਂ ਨੇ ਵੰਡਿਆ ਹੈ, ਲੰਗਰ ਤਾਂ ਸਰੇਕ ਨੇ ਵੰਡਿਆ। ਲੰਗਰ ਕੋਈ ਸਰਦਾਰ ਪਿੰਕੀ ਵੱਡੇ ਵੀਰ ਲੰਗਰ ਅਸੀਂ ਵੀ ਵੰਡਿਆ। ਲੰਗਰ ਨਹੀਂ ਲਾ ਸਕਦਾ। ਕਰੋਨਾ ਦੇ ਵਿੱਚ ਅਸੀਂ ਵੀ ਵੰਡਦੇ ਰਹੇ ਹਾਂ। ਕਰੋਨਾ
ਕਰੋਨਾ ਦੇ ਵਿੱਚ ਸੁਖਬੀਰ ਜੀ ਨੇ ਇੱਥੇ ਆਉਂਦੇ ਰਹੇ ਨੇ। ਇਹਨਾਂ ਨੂੰ ਪੁੱਛੋ ਤੁਸੀਂ ਵਿਰੋਧ ਕਰਦੇ ਰਹੇ, ਕਿਹਦਾ ਕਰਦੇ ਰਹੇ ਜੇ? ਕੋਈ ਤੁਸੀਂ ਵਿਰੋਧ ਕਰਦੇ ਰਹੇ ਜੇ ਤੇ ਸੁਖਬੀਰ ਸਿੰਘ ਜੀ ਬਾਦਲ, ਹਰਸਿਮਰਤ ਬਾਦਲ ਇੱਥੇ ਆਉਂਦੇ ਰਹੇ ਨੇ। ਵੈਂਟੀਲੇਟਰ ਵੀ ਉਹਨਾਂ ਹਸਪੀਟਲ 'ਚ ਦਿੱਤਾ ਹੈ, ਐਂਬੂਲੈਂਸ ਦਿੱਤੀ ਹੈ। 5 ਕਰੋੜ ਫਿਰੋਜ਼ਪੁਰ ਜ਼ਿਲ੍ਹੇ ਨੂੰ ਦੇਣਾ ਹੈ, ਨਾ ਕਿ ਇਕੱਲੇ ਫਿਰੋਜ਼ਪੁਰ ਸ਼ਹਿਰ ਨੂੰ ਦੇਣਾ। ਉਹਨਾਂ ਨੇ ਕੰਮ ਗਿਣਾਏ ਨੇ, ਪਰਮਿੰਦਰ ਪਿੰਕੀ ਉਹਨਾਂ ਨੇ ਕੰਮ ਕੀਤੇ ਨੇ। ਕੀ ਤੁਸੀਂ ਡਿਨਾਈ ਕਰਦਾ, ਅਕਾਲੀ ਦਲ ਡਿਨਾਈ ਕਰਦਾ ਕੰਮ ਨਹੀਂ ਹੋਏ? ਕਿਹੜੀ ਨਵੀਂ ਸੜਕ ਬਣਾਈ ਹੈ? ਕਿੱਥੇ? ਉੱਥੇ ਸੜਕਾਂ 'ਚ ਕਿਹੜੀ ਸੜਕ ਬਣਾ ਇਹਦਾ ਵੀਰ ਜੀ ਇਹ ਕਹਿੰਦੇ ਆ ਵੀ ਇੱਥੇ ਅਕਾਲੀ ਦਲ ਦੇ ਕਬਜ਼ਾ ਕੀਤਾ ਸੀ। ਇਹ ਅਕਾਲੀ ਦਲ ਦੇ ਟਾਈਮ ਅਕਾਲੀ ਦਲ ਦੇ ਟਾਈਮ ਇੱਥੋਂ ਕਬਜ਼ਾ ਲਿਆ ਗਿਆ ਕਿਹੜਾ ਸੀ। ਸਮੈਕ ਨਹੀਂ ਵਿਕਦੀ, ਹੁਣ ਜਾ ਕੇ ਵੇਖੋ ਤੁਸੀਂ ਨਸ਼ਾ ਵੇਖੋ, ਨਸ਼ੇ ਦਾ ਕੀ ਹਾਲ ਹੈ। ਸਰਪੰਚਾਂ ਨੂੰ ਪੁੱਛ ਕੇ ਵੇਖੋ, ਇਹਨਾਂ ਦੇ ਸਰਪੰਚਾਂ ਨੂੰ ਪੁੱਛ ਕੇ ਵੇਖੋ। ਨਰੇਗਾ ਦੇ ਕਾਰਡ ਉਹਨਾਂ ਦੇ ਬਣਾਏ ਗਏ ਨੇ ਜਿਨ੍ਹਾਂ ਨੇ ਕਦੇ ਵੀ ਆਪਦੇ ਚਿੱਟੇ ਪਜਾਮੇ ਦੇ ਛਿੱਟ ਨਹੀਂ ਨਾ ਪਹਿਨ ਦਿੱਤੀ। ਪਿੰਡਾਂ 'ਚ ਜਾ ਕੇ ਵੇਖੋ ਤੁਸੀਂ, ਨਰੇਗਾ ਦੇ ਕਾਰਡ ਉਹਨਾਂ ਦੇ ਨੇ, ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਂਦੇ ਪਏ ਨੇ। ਦੇਖੋ ਇਹ ਬਿਲਕੁਲ ਠੀਕ ਕਹਿ ਰਹੇ ਆ, ਬਿਲਕੁਲ ਠੀਕ ਕਹਿ ਰਹੇ ਆ। ਇਸੇ ਲਈ ਇਹਨਾਂ ਦਾ ਇੰਨਾ ਬੁਰਾ ਹਾਲ ਹੋ ਰਿਹਾ ਹੈ। ਦੇਖੋ ਫੁੱਲ ਨੂੰ ਕੰਡਾ ਕਹੋਗੇ, ਕੋਈ ਨਹੀਂ ਮੰਨੂਗਾ। ਕੰਡੇ ਨੂੰ ਅਸੀਂ ਫੁੱਲ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਨਹੀਂ ਬਣੂਗਾ। ਸਿਰਫ ਤੇ ਸਿਰਫ ਇਹਨਾਂ ਦਾ ਪਤਨ ਦਾ ਰੀਜ਼ਨ ਹੀ ਇਹ ਹੈ ਕਿ ਸੱਚ ਨੂੰ ਸੁਣਨ ਨੂੰ ਤਿਆਰ ਨਹੀਂ, ਸੱਚ ਨੂੰ ਵੇਖਣ ਨੂੰ ਤਿਆਰ ਨਹੀਂ। ਸਭ ਦੇਖ ਰਹੇ ਆ, ਸੱਚ ਸਭ ਦੇਖ ਰਹੇ ਆ। ਸਭ ਪਾਰਕ ਜਿੰਮਾਂ ਦੇਖੋ, ਸਭ ਨੂੰ ਪਤਾ ਹੈ। ਦੇਖੋ ਇਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਹੈ, ਪਰ ਸਿਰਫ ਇਹ ਆ ਵਿਚਾਰਿਆਂ ਦੇ ਇੱਕ ਅੱਖਾਂ ਤੇ ਪੱਟੀਆਂ ਬੰਨੀਆਂ। ਇਹਨਾਂ ਦੀਆਂ ਮਜਬੂਰੀਆਂ ਨਹੀਂ ਕਹਿ ਸਕਦੇ। ਇਹ ਫਿਰੋਜ਼ਪੁਰ ਦੀ ਜਨਤਾ ਬਸ 20 ਤਰੀਕ ਆ ਲੈਣ ਦਿਓ, ਤੁਸੀਂ ਦੇਖੋਗੇ ਇੱਥੇ ਪੰਜਾਬ ਦੇ ਵਿੱਚ ਪਹਿਲੀਆਂ 3 ਸੀਟਾਂ 'ਚ ਜਿੱਤ ਕੇ ਜਾ ਰਹੀ ਹੈ। ਜੇ ਕਿਉਂ ਪੰਜਾਬ ਦੀਆਂ ਪਹਿਲੀਆਂ 3 ਸੀਟਾਂ 'ਚ ਜਿੱਤ ਕੇ ਜਾ ਰਹੀ ਹੈ ਸੀਟ? ਇੱਕ ਗੱਲ ਐਡ ਕਰੂੰਗਾ, ਇਹ ਤਾਂ ਇਹ ਆਪ ਹੀ ਮੰਨਦੇ ਆ ਵੀ ਸੁਖਬੀਰ ਸਿੰਘ ਬਾਦਲ ਜੀ ਦੇ ਫੰਡ 5 ਕਰੋੜ ਰੁਪਏ ਇੱਕ ਐਮਪੀ ਨੂੰ ਮਿਲਦਾ। ਇਹ ਦੱਸਣ 5 ਕਰੋੜ ਰੁਪਏ ਚੋਂ ਇਹਨਾਂ ਨੇ 5000 ਵੀ ਫਿਰੋਜ਼ਪੁਰ ਤੇ ਲਾਇਆ ਹੋਏ। ਸਿਰਫ 2, ਮੈਨੂੰ ਇੱਕ ਗੱਲ ਦੱਸੋ, ਸ਼ਹੀਦਾਂ ਵਾਸਤੇ ਕੀ ਰੋਜ਼ਗਾਰ ਇਹਨਾਂ ਨੇ ਕ੍ਰੀਏਟ ਕਰਾਇਆ? ਕੀ ਇਹਨਾਂ ਨੇ ਫਿਰੋਜ਼ਪੁਰ ਦੇ ਵਿਕਾਸ ਦੀ ਆਵਾਜ਼ ਬੁਲੰਦ ਕਰਾਈ? ਐਜ਼ ਐਮਪੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਗਰ ਇੱਕ ਵੀ ਇੱਟ ਲਵਾਤੀ ਹੋਏ, ਅਸੀਂ ਰਾਜਨੀਤੀ ਤੋਂ ਸੰਨਿਆਸ ਲੈ ਲਾਂਗੇ। ਵੱਡਾ ਦਾਵਾ ਕਰਤਾ ਉਹਨਾਂ ਨੇ, ਵੱਡਾ ਦਾਵਾ ਕੀਤਾ। ਕੀ ਲੈ ਕੇ ਆਏ ਨੇ ਸੁਖਬੀਰ ਸਿੰਘ ਬਾਦਲ? ਦੇਖੋ ਜੀ, ਉਹ ਤਾਂ ਇਹਨਾਂ ਨੂੰ ਮਤਲਬ ਸੁਖਬੀਰ ਸਿੰਘ ਬਾਦਲ ਜੀ ਕਰੋਨਾ ਦੇ ਕਰਕੇ ਇਹਨਾਂ ਨੂੰ ਵੀ ਪਤਾ ਹੈ, ਸਾਰਾ ਤੁਹਾਨੂੰ ਵੀ ਪਤਾ ਹੈ ਕਿ ਐਮਪੀ ਜਿਹੜੀਆਂ ਟੈਲਾਂ ਦੀ ਗੱਲ ਕਰਦੇ ਆ ਨਾ ਜੀ, ਇਹ ਸੈਂਟਰ ਦੀਆਂ ਨੇ। ਨਰੇਗਾ ਜੋ ਲੱਗੀਆਂ ਨੇ ਸਾਰੀਆਂ ਟੈਲਾਂ ਪਹਿਲਾਂ ਦੇ ਵਿੱਚ ਗਵਰਨਮੈਂਟ ਦੇ ਸੈਂਟਰ ਪੰਜਾਬ ਗਵਰਨਮੈਂਟ ਨੇ ਪੈਸੇ ਨਹੀਂ ਦਿੱਤੇ। ਸੈਂਟਰ ਦੀ ਸਕੀਮ ਆ ਜਿਹੜੀ ਪਿੰਡਾਂ ਦੇ ਵਿੱਚ ਨਰੇਗਾ ਟੈਲਾਂ ਲੱਗ ਰਹੀਆਂ ਨੇ, ਨਰੇਗਾ ਦੇ ਵਿੱਚੋਂ ਲਾਈਆਂ ਨੇ। ਕਿਹੜੀ ਪੰਜਾਬ ਗਵਰਨਮੈਂਟ ਨੇ ਇਹਨਾਂ ਨੇ ਟੈਲਾਂ ਲਾਈਆਂ ਨੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ, ਬਲਾਕ ਸੰਮਤੀ, ਪੰਚਾਇਤੀ ਚੋਣਾਂ, ਐਮਸੀ ਦੀਆਂ ਚੋਣਾਂ ਦੇ ਵਿੱਚ ਜੋ ਧਾਂਦਲੀਆਂ ਹੋਈਆਂ ਨੇ, ਜੋ ਲੋਕਾਂ ਦੇ ਕਾਗਜ਼ ਰੱਦ ਹੋਏ ਨੇ, ਜੋ ਲੋਕਾਂ ਨੂੰ ਕੁੱਟ ਪਈ ਏ, ਉਹ ਲੋਕ ਭੁੱਲੇ ਨਹੀਂ ਅਜੇ। ਉਹਨਾਂ ਦੇ ਜ਼ਖਮ ਤਾਜ਼ੇ ਦੇ ਤਾਜ਼ੇ ਹੀ ਨੇ, ਕਿਉਂਕਿ ਸਾਰੇ ਦੇ ਸਾਰੇ ਐਮਸੀ ਜਿਹੜੇ ਇਹਨਾਂ ਦੇ ਜਿੱਤੇ ਨੇ, ਇਹਨਾਂ ਦੇ 15 ਐਮਸੀ ਵੀ ਨਹੀਂ ਸੀ ਜਿੱਤਨੇ। ਜੇ ਵੋਟਾਂ ਪੈਂਦੀਆਂ ਤਾਂ ਲੋਕਾਂ ਕੋਲੋਂ ਵੋਟਾਂ ਦਾ ਅਧਿਕਾਰ ਕਾਂਗਰਸ ਨੇ ਖੋਲਿਆ। ਲੋਕਾਂ ਕੋਲੋਂ ਵੋਟਾਂ ਦਾ ਅਧਿਕਾਰ ਕਾਂਗਰਸ ਨੇ ਖੋਲਿਆ। ਜਿਹੜੀਆਂ ਵੋਟਾਂ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਨੇ ਲੈ ਲਈਆਂ ਸੀ, ਲੈ ਕੇ ਦਿੱਤੀਆਂ ਸੀ ਸਾਨੂੰ, ਉਹ ਤਾਂ ਇਹਨਾਂ ਨੇ ਖੋਲਿਆ ਅਧਿਕਾਰ। ਪਿੰਕੀ ਸਾਹਿਬ ਨੇ ਲੋਕਤੰਤਰ ਰਹਿਣ ਹੀ ਨਹੀਂ ਦਿੱਤਾ ਇਹਨਾਂ ਨੇ। ਤਾਂ ਜੇ ਵੋਟ ਕਿਤੇ ਪਈ ਨਹੀਂ, ਵੋਟ 1600 ਵੋਟ ਤੇ ਨਹੀਂ, ਇਹਦੇ ਦਾ ਕਾਗਜ਼ੀ ਉਹ 150 ਰੁਪਏ ਨਾਲ ਹੀ ਬਣਿਆ। ਇਹ 150 ਨਾਲ ਹੀ ਬਣਿਆ। ਜਵਾਬ ਦੇ ਦਿਓ ਜੀ, ਜਵਾਬ ਦੇ ਦਿਓ। ਪਹਿਲੀ ਵਾਰੀ ਹੋਇਆ ਹੈ। ਇਹ ਤਾਂ ਕਹਿੰਦੇ ਵੋਟਾਂ ਪਈਆਂ। ਪੰਜਾਬ ਦੀ ਪਹਿਲੀ ਕਨਸਟੀਚੁਐਂਸੀ ਹੈ ਜਿੱਥੇ 138 ਪਿੰਡਾਂ ਦੇ ਵਿੱਚ ਸਰਬਸੰਮਤੀ ਹੋਈ ਹੈ। 138 ਪਿੰਡਾਂ ਦੇ ਵਿੱਚ ਕਿਉਂ ਨਹੀਂ ਹੋਊਗੀ? ਇੱਕ ਮਿੰਟ ਅੱਛਾ, ਦੇਖੋ ਇਹਨਾਂ ਦਾ ਬਹੁਤ ਵੱਡਾ ਇੱਕ ਕੱਦ ਵਾਲਾ ਲੀਡਰ ਖਾਲੀ ਫਾਈਲਾਂ ਲੈ ਕੇ ਆ। ਗੁਰਨੈਬ ਸਿੰਘ ਵੀ ਨਾਲ ਸੀ ਜਿਹੜਾ ਅੱਜ ਬੋਲਦਾ। ਕੱਛ 'ਚ ਖਾਲੀ ਫਾਈਲਾਂ ਲੈ ਕੇ ਆ ਗਏ ਇਕੱਠੀਆਂ ਭਰਨ ਵਾਸਤੇ। ਮੈਂ ਕਿਹਾ ਵੀ ਬੰਦੇ ਲਿਆਓ। 17 ਫਾਈਲਾਂ ਲੈ ਕੇ ਆਏ ਬੰਦਿਆਂ ਤੋਂ ਬਿਨਾ ਔਰ 33 ਦੀਆਂ 33 ਇਲੈਕਸ਼ਨਾਂ, 33 ਦੇ 33 ਵਾਰਡ ਜਿੱਤੇ ਹੈ। ਔਰ 16 ਇੰਨੀ ਵੋਟ ਦੇ ਉੱਤੇ MLA ਨਹੀਂ ਜਿੱਤਦਾ ਜਿੰਨੀ ਵੋਟ ਤੇ MC ਜਿੱਤ ਕੇ ਆਏ ਹੈ। 1800 ਵੋਟ ਤੇ ਆ ਦੇਖੋ।
ਸਾਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਤੇ ਔਰ ਅਕਾਲੀ ਦਲ ਦਾ ਕੈਂਡੀਡੇਟ 5 ਵਜੇ ਤੱਕ ਖੜਾ ਰਿਹਾ ਬੂਥ ਤੇ ਹੱਥ ਜੋੜ ਕੇ ਆਪ ਬਣ ਕੇ 1600 ਵੋਟ ਤੇ ਜਿੱਤਿਆ। ਇਹ ਬਾਈ ਜੀ ਵਾਹ ਬਈ ਇਹ ਕਹਿੰਦੇ ਆ ਕਰੋਨਾ ਕਾਲ ਦੇ ਵਿੱਚ ਕਰੋਨਾ ਸੀਗਾ ਐਮਪੀ ਤਾਂ ਘਰੋਂ ਬਾਹਰ ਨਹੀਂ ਆਇਆ। ਅਸੀਂ ਸਾਡੀ ਐਮਐਲਏ ਸਾਹਿਬ ਦੀ ਟੀਮ ਨੇ ਕਰੋਨਾ ਦੇ ਵਿੱਚ ਸਾਰਿਆਂ ਨੇ ਘਰ ਘਰ ਜਾ ਕੇ ਲੰਗਰ ਦੀ ਸੇਵਾ ਕੀਤੀ। ਸਾਡੇ ਐਮਐਲਏ ਸਾਹਿਬ ਨੇ ਬਕਾਇਦਾ ਕਰੋਨਾ ਕਾਲ ਦੇ ਵਿੱਚ ਇਹਨਾਂ ਦਾ ਐਮਪੀ ਘਰੇ ਸੁੱਤਾ ਰਿਹਾ ਕਰੋਨਾ ਤੋਂ ਡਰਦਾ। ਅਸੀਂ ਜਿਹੜਾ ਪਲਾਂਟ ਸਾਡਾ ਲੈ ਕੇ ਆਏ ਆਕਸੀਜਨ ਪਲਾਂਟ ਜਿਹੜਾ ਲਾਇਆ ਉੱਥੇ ਆਪਣੇ ਸਿਵਲ ਹਸਪੀਟਲ ਦੇ ਵਿੱਚ ਜਾ ਕੇ ਦੇਖਣ ਇਹ ਗੱਲਾਂ ਕਰਦੇ ਆ। ਇਹ ਗੱਲਾਂ ਕਰਦੇ ਕਰੋਨਾ ਦੇ ਆਖਰ ਚ ਤੁਸੀਂ ਇਹ ਵੇਖੋ ਜਦੋਂ ਲੋਕਡਾਊਨ ਦੇ ਵਿੱਚ ਐਮਪੀ ਜਿਹੜਾ ਸੁਖਬੀਰ ਬਾਦਲ ਇਹ ਦੇਖੋ ਉਹਦੇ ਘਰ ਬੈਠੇ ਰਹੇ ਨੇ। ਅਸੀਂ ਸਰਦਾਰ ਪਰਮਿੰਦਰ ਸਿੰਘ ਪਿੰਕੀ ਦੀ ਬਦੌਲਤ ਤੇ ਅਸੀਂ ਸਾਰੇ ਮਹੱਲੇ ਨੂੰ ਅਸੀਂ ਸਵੇਰੇ ਸ਼ਾਮ ਰੋਟੀ ਖਵਾਦੇ ਰਹੇ ਆ, ਲੰਗਰ ਇੰਨਾ ਲਾਦੇ ਰਹੇ ਆ। ਇਹ ਕਿਹਦੀ ਬਦੌਲਤ ਸਰਦਾਰ ਪਰਮਿੰਦਰ ਸਿੰਘ ਪਿੰਕੀ। ਤੁਸੀਂ ਇਹ ਵੇਖੋ ਜੇ ਤੁਸੀਂ ਕਹਿੰਦੇ ਨਾ ਆਖਰੀ ਸਵਾਲ ਲੈ ਲਈਏ ਆਖਰੀ ਸਵਾਲ ਹਾਂਜੀ ਤੁਸੀਂ ਕਹਿੰਦੇ ਵੀ ਐਮਪੀ ਸਾਹਿਬ ਜਿਹੜੇ ਸੁਖਬੀਰ ਸਿੰਘ ਬਾਦਲ ਆ ਉਹ ਘਰੇ ਸੁੱਤੇ ਰਹੇ। ਇੱਕੋ ਇੱਕ ਲੀਡਰ ਸੀਗਾ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਪੂਰੇ ਪੰਜਾਬ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਫਿਰਿਆ ਹੈ। ਆਪਣੇ ਜਦੋਂ ਕਰੋਨਾ ਕਾਲ ਦੇ ਵਿੱਚ ਹੀ ਵੈਂਟੀਲੇਟਰ ਤੇ ਆਕਸੀਜਨ ਦੀਆਂ ਮਸ਼ੀਨਾਂ ਕੌਣ ਸਰਦਾਰ ਸੁਖਬੀਰ ਸਿੰਘ ਵੈਂਟੀਲੇਟਰ ਕੌਣ ਦੇ ਕੇ ਗਿਆ ਸੀ ਕਰੋਨਾ ਕਾਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ। ਸਰਦਾਰ ਜਿਹੜਾ ਇਹ ਕਹਿੰਦਾ ਆਕਸੀਜਨ ਪਲਾਂਟ ਉਹ ਪੂਰੇ ਇੰਡੀਆ 'ਚ ਲੱਗੇ ਹੋਰ ਸੈਂਟਰ ਦਾ ਪ੍ਰੋਜੈਕਟ ਸੀ ਨਾ ਕਿ ਇਹ ਲਿਆਏ। ਇਹਨਾਂ ਦੀ ਪੁਰਾਣੀ ਫਿਤਰਤ ਹੈ। ਮੈਂ ਝੂਠ ਬੋਲਣ ਤੋਂ ਸਵਾ ਕਾਂਗਰਸ ਨੇ ਕੱਖ ਨਹੀਂ ਕੀਤਾ। ਸਿਰਫ ਐਵੇਂ ਸੈਂਟਰ ਦੀਆਂ ਜਿਹੜੀ ਸਮਾਰਟ ਫਿਰੋਜ਼ਪੁਰ ਨੂੰ ਸਮਾਰਟ ਸਿਟੀ ਦੀ ਜਿਹੜੀ ਗ੍ਰਾਂਟ ਮਿਲੀ ਸੀ ਉਹਨੂੰ ਕਨਵਰਟ ਕਰਕੇ ਉੱਥੋਂ ਇਹਨਾਂ ਦੇ ਕੇਸ ਚੱਲਦੇ ਪਿਆ। ਪੁੱਛੋ ਇਹਨਾਂ ਨੂੰ ਪੁੱਛੋ ਫਸਲ ਤਾਂ ਆਈ ਸੀ ਕਿ ਕਿਸਾਨਾਂ ਨੂੰ ਡੀਏਪੀ ਮਿਲ ਗਈ, ਕਿਸਾਨਾਂ ਨੂੰ ਯੂਰੀਆ ਮਿਲ ਗਈ ਹੈ। ਫਿਰ ਇਹ ਵੇਖੋ ਤੁਸੀਂ ਹਰ ਕਿਸਾਨ ਨੂੰ ਡੀਏਪੀ ਹਰ ਕਿਸਾਨ ਨੂੰ ਕੋਈ ਕਿਸਾਨ ਇਹ ਨਹੀਂ ਫਸਟ ਟਾਈਮ ਇਹ ਨਹੀਂ ਕਹਿ ਸਕਦਾ ਵੀ ਸਾਨੂੰ ਡੀਏਪੀ ਲਈ ਧੱਕੇ ਖਾਣੇ ਪਏ। ਜਦੋਂ ਪੂਰੇ ਪੰਜਾਬ 'ਚ ਡੀਏਪੀ ਦੀ ਸ਼ਾਰਟੇਜ ਸੀ ਅਸੀਂ ਇੱਥੋਂ ਡੀਏਪੀ ਸਾਰਿਆਂ ਨੂੰ ਬਕਾਇਦਾ ਬਿਨਾਂ ਕਿਸੇ ਭੇਦਭਾਵ ਤੋਂ ਪ੍ਰੋਵਾਈਡ ਕਰਾਈ। ਠੀਕ ਆ ਮੇਰੇ ਨਾ ਪਬਲਿਕਲੀ ਸ਼ੈਲਰ 'ਚ ਨਹੀਂ ਪਬਲਿਕਲੀ ਬਾਈ ਜੀ ਨੇ ਇਹ ਗੱਲ ਕਹੀ ਵੋਟਾਂ ਨਹੀਂ ਪੈਣ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣ ਵੀ ਇੱਥੇ ਵੋਟਾਂ ਨਹੀਂ ਪਈਆਂ। ਫਿਰੋਜ਼ਪੁਰ ਦੇ ਵਿੱਚ ਜਿੰਨੇ ਅਕਾਲੀ ਦਲ ਦੇ ਐਮਸੀ ਸੀ ਉਹ ਸਾਰਿਆਂ ਦੇ ਨੋਮੀਨੇਸ਼ਨ ਹੀ ਆਪ ਸਾਈਡ ਤੇ ਹੋ ਕੇ ਸਾਰੇ ਆਫਿਸਰਸ ਨੂੰ ਕਹਿ ਕੇ ਫਿਲ ਅਪ ਕਰਾਏ ਤਾਂ ਕਿ ਕੱਲ ਨੂੰ ਇਹ ਗੱਲ ਨਾ ਆਏ ਸਾਨੂੰ ਤਾਂ ਨੋਮੀਨੇਸ਼ਨ ਨਹੀਂ ਫਾਈਲ ਕਰਨ ਦਿੱਤੇ। ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦੇ ਜਿੱਥੇ ਇਲੈਕਸ਼ਨ ਸੀ 250 ਵੋਟ ਪਈ ਸੀ ਉਹਨੂੰ ਸਾਰੀ ਐਮਸੀ ਇਲੈਕਸ਼ਨ ਦੇ ਵਿੱਚ 250 ਵੋਟ ਸ਼ਹਿਰੀ ਪ੍ਰਧਾਨ ਸੀ ਉਹ। ਆਪਾਂ ਆਖਰੀ ਸਵਾਲ ਲੈ ਲਈਏ ਸਾਡੇ ਪਿੰਡੋਂ ਹਰਪਾਲ ਸਿੰਘ ਆਪ ਮੰਨਦਾ ਕਿ ਮੈਂ ਵੋਟਾਂ ਪਾਈਆਂ ਨੇ। ਖਤਮ ਕਰ ਇੱਕ ਆਖਰੀ ਸਵਾਲ ਲੈ ਲਾ ਮੈਂ ਇੱਕ ਹਾਂਜੀ ਕਿ ਦੇਖੋ ਜੇ ਕੁਝ ਨਹੀਂ ਵੀ ਅਸੀਂ ਕਰ ਸਕੇ ਅਸੀਂ ਫਿਰ ਵੀ ਫਿਰੋਜ਼ਪੁਰ ਦੇਖੋ 5 ਸਾਲਾਂ 'ਚ ਸਾਰੇ ਕੰਮ ਨਹੀਂ ਹੁੰਦੇ। ਜੇ ਕੋਈ ਕੰਮ ਰਹਿੰਦਾ ਵੀ ਹੈ ਤਾਂ ਅਸੀਂ ਗਲਤੀ ਵੀ ਮੰਨਦੇ ਆ ਹੱਥ ਜੋੜ ਕੇ ਬਾਕੀ ਕੰਮ ਕਰਾਵਾਂਗੇ ਕਿਉਂਕਿ ਅਸੀਂ ਲੋਕਲ ਹੈ। ਜਨਮ ਕੰਮ ਨੂੰ ਸਾਡਾ ਜਨਮ ਭੂਮੀ ਨੂੰ ਕਰਮ ਭੂਮੀ ਦਾ ਬਦਲਾ ਇਹ ਜਿਹੜਾ ਅਸੀਂ ਵੀੜਾ ਚੁੱਕਿਆ ਅਸੀਂ ਚੁੱਕਣਾ। ਇਹਨਾਂ ਨੇ 20 ਤਰੀਕ ਤੱਕ ਕੋਠੀ ਲਈ ਹੈ 21 ਨੂੰ ਖਾਲੀ ਕਰਕੇ ਪ੍ਰਵਾਸੀ ਪੰਛੀਆਂ ਨੇ ਉੱਡ ਜਾਣਾ ਰਹਿਣਾ ਅਸੀਂ ਹੈ। ਪਤਾ ਲੱਗੇਗਾ ਅਕਾਲੀ ਦਲ ਇਹ ਕਹਿੰਦੇ ਨਾ ਜੀ ਇੱਕ ਸਵਾਲ ਪੁੱਛਣਾ ਇਹ ਕਹਿੰਦੇ ਨਾ ਜੀ 133 ਜਿਹੜੇ ਸਰਬਸੰਮਤੀ ਸਰਪੰਚ ਨੇ ਬਣਾਏ ਆ ਉਹ ਜ਼ਬਰਸੰਮਤੀ ਦੇ ਸਰਪੰਚ ਬਣੇ ਆ। ਉਹਨਾਂ ਦਾ ਰਿਜ਼ਲਟ 20 ਤਰੀਕ ਨੂੰ ਪਤਾ ਲੱਗ ਜਾਏਗਾ ਵੀ ਜਿਹੜੇ 20 ਤਰੀਕ ਨੂੰ 20 ਫਰਵਰੀ ਨੂੰ ਕਾਂਗਰਸ ਦੇ ਵਿਕਾਸ ਦਾ ਸਭ ਕੁਝ ਪਤਾ ਲੱਗ ਜੂਗਾ। ਜਨਤਾ ਸਭ ਜਾਣਦੀ ਏ ਨਾ ਇਹਨਾਂ ਦੇ ਹੱਥ ਏ ਨਾ ਸਾਡੇ ਹੱਥ ਏ। ਉਹ ਫੈਸਲਾ ਜਨਤਾ ਦੇ ਹੱਥ ਏ। 20 ਤਰੀਕ ਨੂੰ ਤੁਹਾਨੂੰ ਲੋਕ ਇੱਕ ਗੱਲ ਦਾ ਜਵਾਬ ਦੇਣਗੇ। ਇੱਕ ਗੱਲ ਚੁਣਾਵੀ ਅਖਾੜਾ 2022 ਲਗਾਤਾਰ ਭਖਦਾ ਜਾ ਰਿਹਾ ਔਰ ਫਿਰੋਜ਼ਪੁਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਸੀ ਸ਼ਹਿਰੀ ਸੀਟ ਦੇ ਉੱਪਰ ਜਿੱਥੇ ਵੱਖ-ਵੱਖ ਸਮਰਥਕ ਜਿਹੜੇ ਪਾਰਟੀਆਂ ਦੇ ਪਹੁੰਚੇ ਉਹਨਾਂ ਵੱਲੋਂ ਜਿਹੜੇ ਦਾਅਵੇ ਕੀਤੇ ਨੇ ਪਰ ਫਤਵਾ ਜਨਤਾ ਨੇ ਦੇਣਾ ਕਿਸ ਨੂੰ ਵਿਧਾਇਕ ਚੁਣਨਾ। ਕੈਮਰਾ ਪਰਸਨ ਨੀਲਕਮਲ ਮੋਨੂ ਦੇ ਨਾਲ ਮਨਿੰਦਰ ਸਿੰਘ ਦ ਸਮਰ ਨਿਊਜ਼ ਫਿਰੋਜ਼ਪੁਰ।